ਅਸੀਂ ਤੁਹਾਡੀ ਗੱਲਬਾਤ ਉਸ ਚਰਚਿਤ ਲੀਡਰ ਨਾਲ ਕਰਾ ਰਹੇ ਹਾਂ ਜਿਨ੍ਹਾਂ ਦਾ ਪਿਛਲੇ ਦਿਨੀ ਇੱਕ ਬਿਆਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਿਸਾਨਾਂ ਵੱਲੋਂ ਪ੍ਰੋਟੈਸਟ ਕੀਤਾ ਗਿਆ ਅਤੇ ਉੱਥੇ ਜੋ ਬੁਲਾਰਿਆਂ ਨੇ ਸਪੀਚ ਦਿੱਤੀ ਬੋਲੇ ਗਏ, ਉਹਨਾਂ ਦੇ ਵਿੱਚ ਬਚਿੱਤਰ ਸਿੰਘ ਧਾਲੀਵਾਲ ਜੀ ਨੇ ਇਹਨਾਂ ਨੇ ਆਪਣੀਆਂ ਭਾਵਨਾਵਾਂ ਲੋਕਾਂ ਅੱਗੇ ਰੱਖੀਆਂ ਸੀ। ਤੇ ਭਾਜਪਾ ਦੇ ਜਿਹੜੇ ਚਰਚਿਤ ਤੇ ਤੇਜ਼ ਤਰਾਰ ਆਗੂ ਹਰਜੀਤ ਗਰੇਵਾਲ, ਉਹਨਾਂ ਨੂੰ ਸ਼ਾਇਦ ਉਹ ਜ਼ਿਆਦਾ ਚੁਭਿਆ। ਤੇ ਸਰਕਾਰ ਹੈ ਜਿਹੜੀ ਦਿੱਲੀ ਦੀ ਸਾਡੀ ਗੱਲ ਨਹੀਂ ਸੁਣ ਰਹੀ, ਤੇ ਜਿਹੜਾ ਪੰਜਾਬ ਦਾ ਲੀਡਰ ਹੈ ਜਦ ਕਿ ਉਹਨੂੰ ਪੰਜਾਬ ਦੇ ਲੋਕਾਂ ਨਾਲ ਖੜਨਾ ਚਾਹੀਦਾ, ਪਰ ਉਹ ਦਿੱਲੀ ਦੀ ਭਾਸ਼ਾ ਬੋਲਦਾ ਹੈ ਔਰ ਉਹ ਇੰਨਾ ਗਲਤ ਬੋਲਦਾ ਹੈ। ਉਹਦੀ ਸ਼ਬਦਾਵਲੀ ਤੁਸੀਂ ਦੇਖੋ, ਪੰਜਾਬ ਦਾ ਕੋਈ ਵੀ ਬੰਦਾ ਉਹਦੀ ਇਸ ਭਾਸ਼ਾ ਨੂੰ ਪਸੰਦ ਨਹੀਂ ਕਰਦਾ। ਤਾਂ ਇਸ ਕਰਕੇ ਮੈਂ ਉਹ ਬਿਆਨ ਦਿੱਤਾ ਸੀ ਕਿ ਅਸੀਂ ਉਹਦਾ ਹਸ਼ਰ ਕਰਾਂਗੇ ਜਿਹੜਾ ਉਹਨੇ ਸੋਚਿਆ ਨਹੀਂ ਹੋਣਾ। ਪਰ ਉੱਧਰੋਂ ਗਰੇਵਾਲ ਸਾਹਿਬ ਦਾ ਵੀ ਕਾਫੀ ਬਿਆਨ ਤੁਹਾਡੇ ਖਿਲਾਫ ਹੈ ਜਿਹੜਾ ਮੀਡੀਆ ਦੇ ਵਿੱਚ ਚੱਲ ਰਿਹਾ ਹੈਗਾ। ਮੈਂ ਉਹਨਾਂ ਦਾ ਬਿਆਨ ਸੁਣਿਆ, ਉਹਨਾਂ ਨੇ ਇੱਕ ਸ਼ਬਦ ਤਾਂ ਇਹ ਬੋਲਿਆ ਕਿ ਇਸ ਬੰਦੇ ਨੂੰ ਯਾਨੀ ਕਿ ਮੇਰੇ ਬਾਰੇ ਵੀ ਜੇ ਮੈਂ ਇਹਨੂੰ ਪੈਸੇ ਦੇ ਦਿਆਂ ਤਾਂ ਇਹ ਮੇਰੇ ਖਿਲਾਫ ਬੋਲਣਾ ਬੰਦ ਕਰ ਦੂਗਾ। ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦਾ ਵੀ ਮੈਂ ਇੱਕ ਕਿਸਾਨ ਦਾ ਪੁੱਤ ਹਾਂ ਜੀ, ਕਿਸਾਨੀ ਲੜਾਈ ਲੜ ਰਹੇ ਹਾਂ। ਮੈਂ ਇਹਨਾਂ ਗੱਲਾਂ ਤੋਂ, ਉਹਦੀਆਂ ਗਿੱਦੜ ਧਮਕੀਆਂ ਤੋਂ ਡਰਨ ਵਾਲਾ ਨਹੀਂ। ਜੇ ਉਹ ਕਾਨੂੰਨ ਕੋਲੇ ਜਾ ਸਕਦਾ ਤਾਂ ਮੈਂ ਵੀ ਅੱਜ ਮਾਣਯੋਗ ਅਦਾਲਤ ਦੇ ਵਿੱਚ ਪਹੁੰਚਿਆ, ਮੇਰੇ ਐਡਵੋਕੇਟ ਨੇ ਚੁਨੀ ਲਾਲ ਭਾਰਤੀ ਜੀ ਇਹਨਾਂ ਕੋਲੇ ਪਹੁੰਚਿਆ, ਤਾਂ ਮੈਂ ਵੀ ਉਹਦੇ ਤੇ ਜਿਹੜੀ ਬਣਦੀ ਕਾਰਵਾਈ ਉਹ ਕਰਵਾਊਂਗਾ ਜੀ। ਇਹਦਾ ਮਤਲਬ ਸਿੱਧੇ ਤੌਰ ਤੇ ਤੁਸੀਂ ਬਚਿੱਤਰ ਸਿੰਘ ਧਾਲੀਵਾਲ ਨੂੰ ਵਿਕਾਊ ਕਹਿ ਰਹੇ। ਔਰ ਜਿੱਥੋਂ ਤੱਕ ਕਾਨੂੰਨ ਦੀ ਗੱਲ ਹੈ, ਕਾਨੂੰਨ ਅਨੁਸਾਰ ਇਹ ਮਾਨਹਾਨੀ ਦਾ ਮੁਕੱਦਮਾ ਬਣਦਾ ਹੈ। ਔਰ ਮੈਂ ਤੁਹਾਡੇ ਮਾਧਿਅਮ ਰਾਹੀਂ ਪ੍ਰੈਸ ਰਾਹੀਂ ਵੀ ਇਹ ਗੱਲ ਫਿਰ ਦੁਹਰਾਉਣਾ ਚਾਹੁੰਦਾ ਕਿ ਕਿਸਾਨ ਆਗੂਆਂ ਤੇ ਮਲੋਟ, ਗਿੱਦੜਵਾ, ਮੁਕਤਸਰ, ਈਵਨ ਜੇ ਹਾਈ ਕੋਰਟ ਤੱਕ ਵੀ ਜਾਣਾ ਪਏਗਾ ਤੇ ਮੈਂ ਕੋਈ ਫੀਸ ਨਹੀਂ ਲਵਾਂਗਾ। ਕੇਜੂ ਸਿੱਧੂਪੁਰ ਦਾ ਭਾਰਤੀ ਕਿਸਾਨ ਯੂਨੀਅਨ ਦਾ ਬਚਿੱਤਰ ਸਿੰਘ ਆ ਕੋਈ, ਉਹਨੇ ਕਿਹਾ ਕਿ ਅਸੀਂ ਗਰੇਵਾਲ ਦਾ ਇਦੋਂ ਵੀ ਬੁਰਾ ਹਾਲ ਕਰਾਂਗੇ, 307 ਦਾ ਮੁਕੱਦਮਾ ਸਾਡੇ ਤੇ ਇੱਕ ਹੋਰ ਦਰਜ ਕਰੋ। ਮੈਂ ਤਾਂ ਤੁਹਾਡੇ ਮਾਧਿਅਮ ਨਾਲ ਹੀ ਉਹਨੂੰ ਕਹਿਣਾ ਕਿ ਭਾਈ ਤੂੰ ਇਕੱਲੇ ਨੂੰ ਇਕੱਲਾ ਆਪਾਂ ਦੇਖ ਲਾਂਗੇ, ਕੋਈ ਐਸੀ ਗੱਲ ਨਹੀਂ ਹੈ, ਇਹਦੀ ਵੀ ਇੰਨੀ ਦਿੱਕਤ ਨਹੀਂ, ਇੰਨੇ ਕਮਜ਼ੋਰ ਨਹੀਂ ਹੈਗੇ। ਦਰਸ਼ਕਾਂ ਦਾ ਸਵਾਗਤ ਹੈ, ਮੈਂ ਹਰਦੀਪ ਸਿੰਘ, ਤੁਸੀਂ ਦੇਖ ਰਹੇ ਹੋ। ਅਸੀਂ ਤੁਹਾਡੀ ਗੱਲਬਾਤ ਉਸ ਚਰਚਿਤ ਲੀਡਰ ਨਾਲ ਕਰਾ ਰਹੇ ਹਾਂ ਜਿਨ੍ਹਾਂ ਦਾ ਪਿਛਲੇ ਦਿਨੀ ਇੱਕ ਬਿਆਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਭਾਜਪਾ ਵੱਲੋਂ ਬੰਦ ਦੇ ਸੱਦੇ ਦਾ ਵਿਰੋਧ ਕਰਦਿਆਂ ਕਿਸਾਨਾਂ ਵੱਲੋਂ ਪ੍ਰੋਟੈਸਟ ਕੀਤਾ ਗਿਆ ਅਤੇ ਉੱਥੇ ਜੋ ਬੁਲਾਰਿਆਂ ਨੇ ਸਪੀਚ ਦਿੱਤੀ ਬੋਲੇ ਗਏ, ਉਹਨਾਂ ਦੇ ਵਿੱਚ ਬਚਿੱਤਰ ਸਿੰਘ ਧਾਲੀਵਾਲ ਜੀ ਨੇ ਇਹਨਾਂ ਨੇ ਵੀ ਸੰਬੋਧਨ ਕੀਤਾ ਸੀ। ਇਹਨਾਂ ਨੇ ਆਪਣੀਆਂ ਭਾਵਨਾਵਾਂ ਲੋਕਾਂ ਅੱਗੇ ਰੱਖੀਆਂ ਸੀ ਤੇ ਉਹ ਇੱਕ ਚਰਚਾ ਦਾ ਵਿਸ਼ਾ ਬਣ ਗਿਆ, ਜਿਸ ਨੂੰ ਲੈ ਕੇ ਮੀਡੀਆ ਦੇ ਵਿੱਚ ਵੀ ਉਹ ਬਿਆਨ ਚਰਚਾ ਦੇ ਵਿੱਚ ਹੈ। ਤੇ ਭਾਜਪਾ ਦੇ ਜਿਹੜੇ ਚਰਚਿਤ ਤੇ ਤੇਜ਼ ਤਰਾਰ ਆਗੂ ਹਰਜੀਤ ਗਰੇਵਾਲ, ਉਹਨਾਂ ਨੂੰ ਸ਼ਾਇਦ ਉਹ ਜ਼ਿਆਦਾ ਚੁਭਿਆ ਤੇ ਉਹ ਇਹਨਾਂ ਦੇ ਖਿਲਾਫ ਜੋ ਉਹਨਾਂ ਨੇ ਕਿਹਾ, ਜਿਹਨਾਂ ਨਾਲ ਗੱਲਬਾਤ ਕਰਾਂਗੇ। ਬਚਿੱਤਰ ਜੀ, ਤੁਹਾਡਾ ਸਵਾਗਤ ਹੈ ਪ੍ਰਾਈਮ ਪੰਜਾਬ ਚੈਨਲ ਤੇ। ਥੈਂਕ ਯੂ ਸਰ। ਜਿਸ ਤਰ੍ਹਾਂ ਉਦੋਂ ਤੁਸੀਂ ਬੋਲੇ ਹੋ ਹਰਜੀਤ ਗਰੇਵਾਲ ਦੇ ਮਾਮਲੇ ਦੇ ਵਿੱਚ ਤੁਸੀਂ ਬਿਆਨ ਦਿੱਤਾ ਜਿਹੜਾ ਮੀਡੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਅਸਲ ਵਿੱਚ ਉਹ ਕੀ ਬਿਆਨ ਸੀ, ਅਸੀਂ ਤੁਹਾਡੇ ਤੋਂ ਜਾਣਨਾ ਚਾਹੁੰਦੇ। ਦੇਖੋ ਜੀ, ਜਿਹੜਾ ਮੇਰਾ ਬਿਆਨ ਵਾਇਰਲ ਹੋਇਆ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਵੀ ਜੇ ਹਰਜੀਤ ਗਰੇਵਾਲ ਸਾਡੇ ਮਲੋਟ ਹਲਕਾ ਜਾਂ ਗਿੱਦੜਵਾ ਨੇੜੇ ਤੇੜੇ ਹਲਕੇ ਦੇ ਵਿੱਚ ਆਊਗਾ ਤਾਂ ਅਸੀਂ ਉਹਦਾ ਉਹ ਹਸ਼ਰ ਕਰਾਂਗੇ ਜਿਹੜਾ ਉਹਨੇ ਸੋਚਿਆ ਨਹੀਂ ਹੋਣਾ ਜੀ। ਮੈਂ ਇਸ ਤੇ ਸਪਸ਼ਟ ਕਰਨਾ ਚਾਹੁੰਦਾ ਵੀ ਮੇਰੇ ਕਹਿਣ ਦਾ ਮਤਲਬ ਕੀ ਹੈ। ਹਰਜੀਤ ਗਰੇਵਾਲ ਜਦੋਂ ਦਾ ਅੰਦੋਲਨ ਚੱਲ ਰਿਹਾ ਹੈ, ਲਗਭਗ 4 ਮਹੀਨਿਆਂ ਤੋਂ ਦਿੱਲੀ ਦੇ ਵਿੱਚ ਸਾਡੇ ਬਜ਼ੁਰਗ, ਨੌਜਵਾਨ, ਸਾਡੀਆਂ ਮਾਤਾ, ਸਾਡੀਆਂ ਭੈਣਾਂ, ਕਿਸਾਨ ਉੱਥੇ ਬੈਠੇ ਹੈ। ਸਰਕਾਰ ਹੈ ਜਿਹੜੀ ਦਿੱਲੀ ਦੀ ਸਾਡੀ ਗੱਲ ਨਹੀਂ ਸੁਣ ਰਹੀ, ਤੇ ਜਿਹੜਾ ਪੰਜਾਬ ਦਾ ਲੀਡਰ ਹੈ ਜਦ ਕਿ ਉਹਨੂੰ ਪੰਜਾਬ ਦੇ ਲੋਕਾਂ ਨਾਲ ਖੜਨਾ ਚਾਹੀਦਾ, ਪਰ ਉਹ ਦਿੱਲੀ ਦੀ ਭਾਸ਼ਾ ਬੋਲਦਾ ਹੈ ਔਰ ਉਹ ਇੰਨਾ ਗਲਤ ਬੋਲਦਾ ਹੈ। ਉਹਦੀ ਸ਼ਬਦਾਵਲੀ ਤੁਸੀਂ ਦੇਖੋ, ਕਿਸਾਨ ਜਥੇਬੰਦੀਆਂ ਨੂੰ ਉਹ ਮਾਓਵਾਦੀ, ਅੱਤਵਾਦੀ, ਇਹ ਹਿੰਸਕ ਨੇ, ਇਹ ਕਾਮਰੇਡ ਨੇ, ਕਦੇ ਕੁਛ ਇੱਦਾਂ ਦੀ ਉਹ ਵਰਡਿੰਗ ਬੋਲਦਾ ਜੀ, ਜਿਹੜੀ ਕਿ ਪੰਜਾਬ ਦਾ ਕੋਈ ਵੀ ਬੰਦਾ ਉਹਦੀ ਇਸ ਭਾਸ਼ਾ ਨੂੰ ਪਸੰਦ ਨਹੀਂ ਕਰਦਾ। ਤਾਂ ਇਸ ਕਰਕੇ ਮੈਂ ਉਹ ਬਿਆਨ ਦਿੱਤਾ ਸੀ ਕਿ ਅਸੀਂ ਉਹਦਾ ਹਸ਼ਰ ਕਰਾਂਗੇ ਜਿਹੜਾ ਉਹਨੇ ਸੋਚਿਆ ਨਹੀਂ ਹੋਣਾ।
ਜਾਣੀ ਮੇਰਾ ਕਹਿਣ ਦਾ ਮਤਲਬ ਮੈਂ ਕੋਈ ਹਥਿਆਰ ਲੈ ਕੇ ਉਹਦੇ ਤੇ ਹਮਲਾ ਨਹੀਂ ਕਰਨਾ ਚਾਹੁੰਦਾ। ਮੈਂ ਇਹ ਚਾਹੁੰਦਾ ਹੈ ਕਿ ਉਹ ਆਵੇ ਤਾਂ ਅਸੀਂ ਉਹਦਾ ਇੰਨਾ ਵਿਰੋਧ ਕਰੀਏ ਕੋਈ ਇੱਥੇ ਬੋਲ ਹੀ ਨਾ ਸਕੇ, ਉਹ ਆਪਦੀ ਗੱਲ ਨਾ ਰੱਖ ਸਕੇ ਕੋਈ ਵੀ ਇੱਥੇ। ਮੇਰਾ ਵਿਰੋਧ ਕਰਨਾ ਉਹਦਾ ਮਤਲਬ ਹੈ, ਨਾ ਕਿ ਉਹਦੇ ਤੇ ਕੋਈ ਜਾਨਲੇਵਾ ਹਮਲਾ ਕਰਨਾ। ਬਿਲਕੁਲ, ਜਦੋਂ ਕੋਈ ਵੀ ਜ਼ਿੰਮੇਵਾਰ ਲੀਡਰ ਜਿਹੜਾ ਹੈਗਾ ਆਗੂ ਆ, ਜਦੋਂ ਲੋਕਾਂ ਨੂੰ ਸੰਬੋਧਨ ਕਰਦਾ ਤੇ ਉਹਦੀ ਭਾਸ਼ਾ ਜਿਹੜੀ ਹੈਗੀ ਆ ਉਹ ਗਿਣਵੀਂ ਚੁਣਵੀਂ ਬੋਲਦਾ ਹੈ। ਇਹ ਕਹਿ ਦੇਣਾ, ਇਹਨਾਂ ਦਾ ਕਹਿਣਾ ਵੀ ਇਹ ਕਹਿ ਦੇਣਾ ਵੀ ਅਸੀਂ ਉਹਦਾ ਹਸ਼ਰ ਮਾੜਾ ਕਰਾਂਗੇ। ਹਸ਼ਰ ਮਾੜੇ ਦਾ ਮਤਲਬ ਪੋਲੀਟੀਕਲੀ ਜਿਹੜੀ ਪ੍ਰੋਟੈਸਟ ਹੁੰਦੇ ਨੇ ਲੋਕ ਕਰਦੇ ਨੇ, ਉਹਦਾ ਇੱਕ ਵਿਰੋਧ ਜ਼ਬਰਦਸਤ ਤਰੀਕੇ ਨਾਲ ਕਰਨਾ ਸੀ। ਇਹਨਾਂ ਦਾ ਇਹ ਕਹਿਣਾ ਵੀ ਉਹਨਾਂ ਨੇ ਉਸ ਨੂੰ ਗਲਤ ਲਿਆ। ਪਰ ਉੱਧਰੋਂ ਗਰੇਵਾਲ ਸਾਹਿਬ ਦਾ ਵੀ ਕਾਫੀ ਬਿਆਨ ਤੁਹਾਡੇ ਖਿਲਾਫ ਹੈ ਜਿਹੜਾ ਮੀਡੀਆ ਦੇ ਵਿੱਚ ਚੱਲ ਰਿਹਾ ਹੈਗਾ। ਉਹ ਕਾਫੀ ਨੀਵੇਂ ਪੱਧਰ ਦੀ ਭਾਸ਼ਾ, ਤੁਸੀਂ ਤਾਂ ਜਿਹੜੀ ਕਹਿ ਰਹੇ ਹੋ ਵੀ ਅਸੀਂ ਉਹਦਾ ਹਸ਼ਰ ਮਾੜਾ ਕਰਾਂਗੇ, ਪਰ ਉਹਦੀ ਜਿਹੜੀ ਭਾਸ਼ਾ ਸੀ ਉਹ ਬੜੇ ਨੀਵੇਂ ਪੱਧਰ ਦੀ ਸੀ। ਤੁਹਾਡੇ ਤੇ ਜਿਵੇਂ ਕਹਿੰਦੇ ਇੱਕ ਮਾਨ ਸਨਮਾਨ ਨੂੰ ਠੇਸ ਪਹੁੰਚਾਉਣ ਵਾਲੀ ਸੀ। ਉਹ ਵੀ ਤੁਸੀਂ ਦੱਸੋ, ਸੁਣੀ ਹੋਣੀ ਹੈ ਵੀ ਉਹ ਕੀ ਕਹਿੰਦਾ ਸੀ। ਹਾਂਜੀ ਬਿਲਕੁਲ, ਮੈਂ ਉਹਨਾਂ ਦਾ ਬਿਆਨ ਸੁਣਿਆ। ਉਹਨਾਂ ਨੇ ਇੱਕ ਸ਼ਬਦ ਤਾਂ ਇਹ ਬੋਲਿਆ ਕਿ ਇਸ ਬੰਦੇ ਨੂੰ, ਜਾਣੀ ਕਿ ਮੇਰੇ ਬਾਰੇ, ਵੀ ਜੇ ਮੈਂ ਇਹਨੂੰ ਪੈਸੇ ਦੇ ਦਿਆਂ ਤਾਂ ਇਹ ਮੇਰੇ ਖਿਲਾਫ ਬੋਲਣਾ ਬੰਦ ਕਰ ਦੂਗਾ ਜੀ। ਦੂਸਰਾ ਉਸਨੇ ਬੋਲਿਆ ਕਿ ਮੈਂ ਡੀਜੀਪੀ ਸਾਹਿਬ ਨੂੰ ਮਿਲਿਆ ਤੇ ਮੈਂ ਇਹਨਾਂ ਦੇ ਛਿੱਤਰ ਪਰੇਡ ਕਰਾਊਂਗਾ, ਮੈਂ ਇਹਨਾਂ ਤੇ ਇਹ ਕਰ ਦੂੰਗਾ। ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦਾ ਵੀ ਮੈਂ ਇੱਕ ਕਿਸਾਨ ਦਾ ਪੁੱਤ ਹਾਂ ਜੀ, ਕਿਸਾਨੀ ਲੜਾਈ ਲੜ ਰਿਹਾ। ਮੈਂ ਇਹਨਾਂ ਗੱਲਾਂ ਤੋਂ, ਉਹਦੀਆਂ ਗਿੱਦੜ ਧਮਕੀਆਂ ਤੋਂ ਡਰਨ ਵਾਲਾ ਨਹੀਂ। ਕਾਨੂੰਨ ਸਭ ਵਾਸਤੇ ਬਰਾਬਰ ਹੁੰਦਾ ਹੈ। ਜੇ ਉਹ ਕਾਨੂੰਨ ਕੋਲੇ ਜਾ ਸਕਦਾ ਤਾਂ ਮੈਂ ਵੀ ਅੱਜ ਮਾਣਯੋਗ ਅਦਾਲਤ ਦੇ ਵਿੱਚ ਪਹੁੰਚਿਆ, ਮੇਰੇ ਐਡਵੋਕੇਟ ਨੇ ਚੁੰਨੀ ਲਾਲ ਭਾਰਤੀ ਜੀ, ਇਹਨਾਂ ਕੋਲੇ ਪਹੁੰਚਿਆ, ਤਾਂ ਮੈਂ ਵੀ ਉਹਦੇ ਤੇ ਜਿਹੜੀ ਬਣਦੀ ਕਾਰਵਾਈ ਉਹ ਕਰਵਾਊਂਗਾ ਜੀ। ਜੋ ਵੀ ਬਣੂਗੀ ਉਹ ਉਹਨਾਂ ਤੇ ਹੋਊਗੀ ਜੀ। ਤੁਹਾਡੇ ਕਹਿਣ ਦਾ ਮਤਲਬ ਹੈ ਵੀ ਜੋ ਉਹਨਾਂ ਨੇ ਬੋਲਿਆ ਹੈਗਾ ਤੁਸੀਂ ਕਾਨੂੰਨੀ ਰਾਹ ਅਖਤਿਆਰ ਕਰਕੇ ਉਹਨਾਂ ਖਿਲਾਫ ਕੇਸ ਲਾਉਣ ਜਾ ਰਹੇ ਹੋ। ਹਾਂਜੀ ਬਿਲਕੁਲ, ਉਹਨਾਂ ਤੇ ਮੈਂ ਕੇਸ ਕਰੂੰਗਾ। ਜੋ ਵੀ ਉਹਨਾਂ ਨੇ ਮੇਰੇ ਖਿਲਾਫ ਬੋਲਿਆ, ਮੇਰੀ ਭਾਵਨਾ ਨੂੰ ਠੇਸ ਪਹੁੰਚਾਈ ਹੈ, ਮੈਂ ਉਹਦੇ ਤੇ ਕੇਸ ਕਰੂੰਗਾ ਜੀ। ਅਸਲ 'ਚ ਹਰਜੀਤ ਗਰੇਵਾਲ ਨੇ ਇਹ ਜਿਹੜੇ ਸ਼ਬਦ ਬੋਲੇ ਆ ਵੀ ਤੁਹਾਡੇ ਪ੍ਰਤੀ ਜਿਹੜੇ ਸ਼ਬਦ ਬੋਲੇ ਆ, ਕੀ ਤੁਹਾਨੂੰ ਪਹਿਲਾਂ ਵੀ ਜਾਣਦੇ ਆ ਉਹ? ਤੁਹਾਡੀ ਸ਼ਖਸੀਅਤ ਬਾਰੇ ਉਹ ਜਾਣੂ ਨੇ ਜਾਂ ਕਿਵੇਂ ਆ ਜੀ? ਨਹੀਂ, ਮੇਰੀ ਕਦੇ ਹਰਜੀਤ ਗਰੇਵਾਲ ਨਾਲ ਕੋਈ ਮੁਲਾਕਾਤ ਨਹੀਂ ਹੋਈ, ਨਾ ਹੀ ਮੈਂ ਉਹਨਾਂ ਨੂੰ ਪਹਿਲਾਂ ਜਾਣਦਾ ਸੀ। ਪਹਿਲਾਂ ਉਹਨਾਂ ਨੂੰ ਕੋਈ ਵੀ ਨਹੀਂ ਜਾਣਦਾ ਸੀ। ਉਹ ਮੀਡੀਆ ਦੇ ਵਿੱਚ ਚਰਚਿਤ ਹੋਣ ਵਾਸਤੇ ਇੱਦਾਂ ਦੇ ਸ਼ਬਦ ਬੋਲਦੇ ਰਹਿੰਦੇ ਆ, ਤਾਂ ਹੀ ਵੀ ਮੈਂ ਚਰਚਾ 'ਚ ਆਇਆ ਰਵਾਂ। ਤਾਂ ਮੈਂ ਵੀ ਨਹੀਂ ਉਹਨੂੰ ਜਾਣਦਾ ਸੀ, ਨਾ ਹੀ ਉਹ ਮੈਨੂੰ ਜਾਣਦਾ। ਬਾਕੀ ਮੇਰੀ ਉਹਦੇ ਨਾਲ ਨਿੱਜੀ ਰੰਜਿਸ਼ ਕੋਈ ਨਹੀਂ ਗੀ। ਮੇਰੀ ਸਿਰਫ ਵਿਚਾਰਾਂ ਦੀ ਲੜਾਈ ਹੈ ਕਿ ਉਹ ਪੰਜਾਬ ਦੇ ਤੇ ਕਿਸਾਨਾਂ ਦੇ ਖਿਲਾਫ ਬੋਲ ਰਿਹਾ ਤੇ ਅਸੀਂ ਕਿਸਾਨਾਂ ਦੇ ਨਾਲ ਖੜ੍ਹੇ ਹਾਂ, ਕਿਉਂਕਿ ਸਾਡੀ ਰੋਜੀ ਰੋਟੀ, ਸਾਡੀ ਜ਼ਮੀਨ ਹੈ ਅਤੇ ਸਾਡਾ ਭਾਈਚਾਰਾ ਜੀ। ਤਾਂ ਇਸ ਕਰਕੇ ਮਤਲਬ ਮੇਰੀ ਉਹਦੇ ਨਾਲ ਪਹਿਲਾਂ ਕਦੇ ਕੋਈ ਗੱਲਬਾਤ ਨਹੀਂ ਹੋਈ। ਫਿਰ ਇਸ ਤਰੀਕੇ ਨਾਲ ਇੱਕ ਜ਼ਿੰਮੇਵਾਰ ਲੀਡਰ ਵੱਲੋਂ ਇਸ ਤਰੀਕੇ ਨਾਲ ਕਹਿ ਦੇਣਾ ਵੀ ਉਹਨੂੰ 4 ਪੈਸੇ ਦਿੱਤੇ ਹੁੰਦੇ ਤੇ ਉਹ ਮੈਂ ਉਹਨੂੰ ਖਰੀਦ ਸਕਦਾ, ਜਾਂ ਕੋਈ ਇਸ ਤਰ੍ਹਾਂ ਦੀ ਭਾਸ਼ਾ ਬੋਲ ਰਿਹਾ ਹੈਗਾ, ਫਿਰ ਉਹ ਕਿਸ ਤਰੀਕੇ ਨਾਲ ਕਿਉਂ ਬੋਲ ਰਿਹਾ ਹੈ ਜੇ ਤੁਹਾਡੇ ਨਾਲ ਉਹਦੀ ਕੋਈ ਹੈ ਹੀ ਨਹੀਂ ਇਸ ਤਰ੍ਹਾਂ ਦੀ ਗੱਲ? ਦੇਖੋ ਜੀ, ਮੇਰਾ ਪਿਛੋਕੜ ਮੇਰੇ ਸਭ ਤੋਂ ਬੰਦੇ ਦਾ ਪਿੰਡ ਤੋਂ ਹੀ ਪਤਾ ਲੱਗਦਾ ਹੁੰਦਾ ਜੀ। ਮੈਂ ਚਾਹੁੰਦਾ ਵੀ ਮੇਰੇ ਪਿੰਡ 'ਚੋਂ ਮੇਰੀ ਇਨਕੁਆਇਰੀ ਕੀਤੀ ਜਾਵੇ ਵੀ ਇਦੋਂ ਪਹਿਲਾਂ ਮੈਨੂੰ ਕਿਸੇ ਨੇ ਖਰੀਦਿਆ ਹੋਵੇ ਤਾਂ, ਜਾਂ ਮੈਂ ਕਿਸੇ ਤੋਂ ਕੋਈ ਪੈਸਾ ਲਿਆ ਹੋਵੇ। ਦੂਜੀ ਗੱਲ, ਮੇਰਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਵੀ ਮੈਂ ਕੋਈ ਪਿੰਡ ਦੇ ਵਿੱਚ ਕੋਈ ਇਹੋ ਜਿਹੀ ਪਹਿਲਾਂ ਕੋਈ ਕਾਂਡ ਕੀਤਾ ਹੋਵੇ। ਤਾਂ ਉਹ ਜਿਹੜੀ ਖਰੀਦਣ ਦੀ ਗੱਲ ਕਰਦਾ, ਮੈਨੂੰ ਤਾਂ ਇਹ ਲੱਗਦਾ ਕਿ ਉਹ ਕਿਸੇ ਨੇ ਖਰੀਦਿਆ ਹੋਇਆ ਜਿਹੜਾ ਇਹੋ ਜਿਹੀ ਭਾਸ਼ਾ ਬੋਲ ਰਿਹਾ। ਮੈਨੂੰ ਤਾਂ ਇਹ ਲੱਗਦਾ ਵੀ ਉਹਨੇ ਕਿਸੇ ਤੋਂ ਪੈਸੇ ਲੈ ਕੇ ਇਹ ਬੋਲ ਰਿਹਾ ਪੰਜਾਬ ਦੇ ਖਿਲਾਫ ਜੀ। ਠੀਕ ਹੈ, ਸੋ ਉਹੋ ਜਿਹੇ ਬੰਦੇ ਮੈਨੂੰ ਨਹੀਂ ਖਰੀਦ ਸਕਦੇ, ਮੈਂ ਵਿਕਾਊ ਨਹੀਂ ਗਾ। ਤਾਂ ਇਹ ਉਹ ਬਿਲਕੁਲ ਉਹਨੇ ਮੇਰੀ ਭਾਵਨਾ ਨੂੰ ਠੇਸ ਪਹੁੰਚਾਈ ਹੈ ਜੀ, ਇਸੇ ਕਰਕੇ ਮੈਂ ਅਦਾਲਤ 'ਚ ਪਹੁੰਚਿਆ ਜੀ ਅੱਜ। ਬਿਲਕੁਲ, ਜਿਹੜਾ ਕਿਸਾਨੀ ਅੰਦੋਲਨ ਉੱਥੇ ਚੱਲ ਰਿਹਾ ਹੈਗਾ, ਹੁਣ ਤੱਕ ਕਾਫੀ ਸ਼ਹਾਦਤਾਂ ਕਿਸਾਨ ਦੇ ਚੁੱਕੇ ਹੈਗੇ ਆ, ਹਜੇ ਵੀ ਡਟੇ ਹੋਏ ਆ, ਕਿਉਂਕਿ ਸਰਦੀਆਂ ਦੇ ਵਿੱਚ ਕਾਫੀ ਕਿਸਾਨਾਂ ਦੀ ਜਿਹੜੀ ਮੌਤ ਦਿਲ ਦਾ ਦੌਰਾ ਪੈਣ ਕਰਕੇ ਹੋ ਗਈ, ਜਾਂ ਉੱਥੇ ਅੱਤ ਦੀ ਠੰਡ ਦੇ ਵਿੱਚ ਬੈਠੇ ਰਹੇ। ਹੁਣ ਜਿਹੜੀ ਹੈ ਗਰਮੀ ਵੀ ਬਹੁਤ, ਜਿਵੇਂ ਕਿ ਤਿੱਖੜ ਦੁਪਹਿਰੇ ਜਿਹੜਾ ਹੁੰਦਾ ਸਮਾਂ ਜਿਹੜਾ ਹੁੰਦਾ, ਹਰੇਕ ਬੰਦਾ ਏਸੀ ਵੱਲ ਨੂੰ ਭੱਜਦਾ। ਕਿਸਾਨ ਅੱਜ ਵੀ ਉੱਥੇ ਬੈਠੇ ਨੇ। ਕੀ ਸਰਕਾਰ ਨੂੰ ਚਾਹੀਦਾ ਨਹੀਂ, ਹਰਜੀਤ ਗਰੇਵਾਲ ਨੂੰ ਇਹ ਨਹੀਂ ਚਾਹੀਦਾ ਵੀ ਉਹ ਪੰਜਾਬ ਦੀ ਨੁਮਾਇੰਦਗੀ ਕਰਦੇ ਆ ਅਤੇ ਪੰਜਾਬੀਆਂ ਦੇ ਹਿੱਤ ਦੀ ਗੱਲ, ਖਾਸ ਕਰ ਕਿਸਾਨੀ ਜਿਹੜਾ ਹੈ, ਉਹ ਵੀ ਕਹਿ ਰਿਹਾ ਵੀ ਮੈਂ ਵੀ ਕਿਸਾਨ ਦਾ ਪੁੱਤ ਹਾਂ, ਪਰ ਇਹ ਨਹੀਂ ਲੱਗਦਾ ਵੀ ਕੇਵਲ ਭਾਜਪਾ ਦਾ ਜਿਹੜਾ ਏਜੰਡਾ ਹੈ ਸਿਰਫ ਉਹਨੂੰ ਹੀ ਤਰਜੀਹ ਦਿੱਤੀ ਜਾ ਰਹੀ ਹੈ, ਕਿਸਾਨਾਂ ਦੀ ਕੋਈ ਗੱਲ ਨਹੀਂ ਸੁਣੀ ਜਾ ਰਹੀ, ਇਗਨੋਰ ਕੀਤਾ ਜਾ ਰਿਹਾ? ਬਿਲਕੁਲ ਜੀ, ਜਿਹੜਾ ਪੰਜਾਬ ਹੈ ਬੜੇ ਬੁਰੇ ਹਾਲਾਤਾਂ 'ਚੋਂ ਲੰਘ ਰਿਹਾ। ਕਿਸਾਨੀ ਪਹਿਲਾਂ ਹੀ, ਕਿਸਾਨ ਤਾਂ ਮਰਿਆ ਹੋਇਆ ਜੀ, ਆਤਮ ਹੱਤਿਆ ਕਰ ਰਹੇ ਨੇ ਕਿਸਾਨ, ਆਪਾਂ ਰੋਜ਼ ਦੇਖਦੇ ਰਹਿੰਦੇ ਹਾਂ। ਤਾਂ ਬਜਾਏ ਜਿਹੜੇ ਕਾਲੇ ਕਾਨੂੰਨ ਬਣੇ ਆ, ਇਹ ਗਰੇਵਾਲ ਸਾਹਿਬ ਨੂੰ, ਜੇਕਰ ਇਹਨਾਂ ਦੀ ਉੱਥੋਂ ਤੱਕ ਪਹੁੰਚ ਹੈ ਮੋਦੀ ਸਾਹਿਬ ਤੱਕ,
ਤਾਂ ਉਹਨਾਂ ਨੂੰ ਇਹ ਗੱਲ ਦੱਸਣੀ ਚਾਹੀਦੀ ਹੈ ਕਿ ਕਿਸਾਨ ਬਹੁਤ ਬੁਰੀ ਹਾਲਾਤਾਂ ਵਿੱਚੋਂ ਗੁਜ਼ਰ ਰਿਹਾ ਹੈ। ਜਿਹੜੇ ਕਾਲੇ ਕਾਨੂੰਨ ਹੈ ਇਹਨਾਂ ਨੂੰ ਰੱਦ ਕੀਤਾ ਜਾਵੇ। ਉਹਨੂੰ ਪੰਜਾਬ ਦੀ ਹੀ ਨੁਮਾਇੰਦਗੀ ਕਰਨੀ ਚਾਹੀਦੀ ਹੈ, ਨਾ ਕਿ ਉਹਨੂੰ ਮੋਦੀ ਸਾਹਿਬ ਦੀ ਭਾਸ਼ਾ ਬੋਲਣੀ ਚਾਹੀਦੀ ਹੈ। ਪਰ ਉਹ ਜਦੋਂ ਵੀ ਮੀਡੀਆ ਦੇ ਵਿੱਚ ਆਉਂਦਾ ਹੈ ਉਹ ਇਹੀ ਗੱਲ ਕਹਿੰਦਾ ਕਿ ਇਹ ਕਾਨੂੰਨ ਰੱਦ ਨਹੀਂ ਹੋਣਗੇ। ਮੈਂ ਪੁੱਛਣਾ ਚਾਹੁੰਦਾ ਵੀ ਇਹ ਕਾਨੂੰਨ ਹੈ ਜਿਹੜੇ ਗਰੇਵਾਲ ਸਾਹਿਬ ਨੇ ਬਣਾਏ ਆ ਵੀ ਰੱਦ ਨਹੀਂ ਹੋਣਗੇ? ਕਿਉਂ ਨਹੀਂ ਰੱਦ ਹੋਣਗੇ? ਇਹ ਲੋਕਤੰਤਰ ਦੇਸ਼ ਹੈ, ਲੋਕਾਂ ਨੇ ਮੋਦੀ ਸਾਹਿਬ ਨੂੰ ਚੁਣਿਆ ਹੈ ਤਾਂ ਲੋਕਾਂ ਦੀ ਆਵਾਜ਼ ਤਾਂ ਸੁਣਨੀ ਪਊਗੀ ਉਹਨਾਂ ਨੂੰ। ਪੂਰੇ ਦੇਸ਼ 'ਚ ਅੰਦੋਲਨ ਚੱਲ ਰਿਹਾ ਜੀ। ਲੋਕਾਂ ਨੇ ਹੀ ਸਰਕਾਰ ਨੂੰ ਬਣਾਇਆ ਹੈ, ਕਿਉਂਕਿ ਪਹਿਲਾਂ ਜਿਹੜੀਆਂ ਸਰਕਾਰਾਂ ਉਹ ਕਈ ਪਾਰਟੀਆਂ ਦਾ ਸਮੂਹ ਹੁੰਦੀਆਂ ਸੀ। ਹੁਣ ਜਿਹੜੀ ਫੁੱਲ ਪਾਵਰ ਜਿਹੜੀ ਮੋਦੀ ਸਰਕਾਰ ਨੂੰ ਦਿੱਤੀ ਗਈ ਹੈ ਉਹਦੇ ਵਿੱਚ ਪੰਜਾਬ ਦੇ ਕਿਸਾਨਾਂ ਦਾ ਕੁਝ ਵੀ ਰੋਲ ਹੋਊਗਾ, ਲੋਕਾਂ ਦਾ ਵੀ ਰੋਲ ਹੋਊਗਾ। ਕਿਸੇ ਨੇ ਵੋਟਾਂ ਪਾਈਆਂ, ਕਿਸੇ ਨੇ ਹੋਰ ਪਾਰਟੀ ਨੂੰ ਪਾਈਆਂ, ਪਰ ਲੋਕਤਾਂਤਰਿਕ ਤਰੀਕੇ ਨਾਲ ਹੀ ਸਰਕਾਰ ਬਣੀ ਹੈ। ਅੱਜ ਲੋਕ ਇਹ ਗੱਲ ਕਹਿ ਰਿਹਾ ਵੀ ਸਾਡੇ ਹਿੱਤ ਦਾ ਫੈਸਲਾ ਸਾਨੂੰ ਸਹੀ ਨਹੀਂ ਲੱਗਦਾ, ਤੇ ਸਰਕਾਰ ਨੂੰ ਮੰਨਣੀ ਨਹੀਂ ਚਾਹੀਦੀ ਗੱਲ। ਕਿਸ ਤਰੀਕੇ ਨਾਲ ਲੈ ਰਹੇ ਹੋ ਸਰਕਾਰ ਦੀ ਜਿੱਦ ਨੂੰ ਤੁਸੀਂ? ਦੇਖੋ ਜੀ, ਜਿਹੜਾ ਸਰਕਾਰ ਦਾ ਰਵੱਈਆ ਆਪਾਂ ਦੇਖ ਰਹੇ ਹਾਂ ਬਹੁਤ ਗਲਤ ਹੈ। ਸਾਡੇ ਜਿੰਨੇ ਵੀ ਕਿਸਾਨ ਜਥੇਬੰਦੀਆਂ ਦੇ ਆਗੂ ਆਪਣੇ ਪੰਜਾਬ ਦੇ ਜਾਂ ਹੋਰ ਸੂਬਿਆਂ ਦੇ, ਉਹਨਾਂ ਦੀਆਂ ਸੈਂਟਰ ਸਰਕਾਰ ਦੇ ਨਾਲ ਇਸ ਸੰਬੰਧ ਦੇ ਵਿੱਚ ਮੀਟਿੰਗਾਂ ਹੋ ਚੁੱਕੀਆਂ। ਜਿਹੜੇ ਕਾਨੂੰਨ ਬਣੇ ਆ ਇਹਦੇ ਵਿੱਚ ਖਾਸ ਕਰਕੇ ਮੈਂ ਪੰਜਾਬ ਦੀ ਗੱਲ ਕਰਦਾ ਵੀ ਜੇ ਮੰਡੀਕਰਨ ਖਤਮ ਹੁੰਦਾ ਹੈ, ਆੜ੍ਹਤੀਆ ਖਤਮ ਹੁੰਦਾ ਹੈ, ਤਾਂ ਕਿਸਾਨ ਦਾ ਵਾਲੀ ਵਾਰਸੀ ਕੋਈ ਨਹੀਂ ਰਹਿਣਾ ਜੀ। ਕਿਉਂਕਿ ਕਿਸਾਨ ਕੋਈ ਵੀ ਪ੍ਰੋਗਰਾਮ ਕਰਦਾ ਹੈ ਤਾਂ ਆੜ੍ਹਤੀਏ ਤੋਂ ਐਡਵਾਂਸ ਪੈਸੇ ਲੈ ਕੇ ਕਰਦਾ ਉਹ, ਚਾਹੇ ਉਹਨੇ ਆਪਦੀ ਕੋਈ ਲੜਕੀ ਦੀ ਸ਼ਾਦੀ ਕਰਨੀ ਹੈ, ਚਾਹੇ ਉਹਨੇ ਕੋਈ ਮਕਾਨ ਬਣਾਉਣਾ ਹੈ, ਕੋਈ ਵੀ ਉਹਦਾ ਪ੍ਰੋਗਰਾਮ ਹੋਵੇ, ਆੜ੍ਹਤੀਏ ਤੋਂ ਬਿਨਾਂ ਉਹਦੀ ਗਤੀ ਹੈ ਨਹੀਂ ਕਿਸਾਨ ਦੀ। ਸੋ ਆੜ੍ਹਤੀਏ ਤੇ ਕਿਸਾਨ ਦਾ ਇੱਕ ਰਿਸ਼ਤਾ ਤੋੜਿਆ ਨੇ ਕਾਰਪੋਰੇਟ ਘਰਾਣਿਆਂ ਨੂੰ। ਇਹ ਫਾਇਦਾ ਪਹੁੰਚਾਉਣ ਵਾਸਤੇ ਮੋਦੀ ਸਾਹਿਬ ਨੇ ਕਾਨੂੰਨ ਬਣਾਏ ਹੈ। ਤਾਂ ਇਸ ਕਰਕੇ ਜਿਹੜੇ ਗਰੇਵਾਲ ਸਾਹਿਬ ਵਰਗੇ ਲੀਡਰ ਹੈ ਪੰਜਾਬ ਦੇ, ਤਾਂ ਇਹਨਾਂ ਨੂੰ ਇਹ ਗੱਲ ਸਰਕਾਰ ਨੂੰ ਜਾ ਕੇ ਕਹਿਣੀ ਚਾਹੀਦੀ ਹੈ ਕਿ ਇਹ ਕਿਸਾਨਾਂ ਦੀ ਗੱਲ ਇਹਨਾਂ ਨੂੰ ਮੰਨ ਲੈਣੀ ਚਾਹੀਦੀ ਹੈ ਜੀ। ਅੱਜ ਗਰੇਵਾਲ ਸਾਹਿਬ, ਆਪਾਂ ਫਿਰ ਉਸ ਗੱਲ ਤੇ ਆਉਣੇ ਆ, ਕਿਉਂਕਿ ਗਰੇਵਾਲ ਸਾਹਿਬ ਨੂੰ ਇਹ ਮਹਿਸੂਸ ਹੋਇਆ ਵੀ ਮੇਰੇ ਪ੍ਰਤੀ ਆਹ ਸ਼ਬਦ ਯੂਜ਼ ਕੀਤੇ ਗਏ ਆ। ਪਰ ਗਰੇਵਾਲ ਸਾਹਿਬ ਆਪਦੇ ਆਪ ਨੂੰ ਬੜੇ ਸੁਲਝੇ ਹੋਏ ਲੀਡਰ ਮੰਨਦੇ ਆ, ਕਿਉਂਕਿ ਭਾਜਪਾ ਨੇ ਉਹਨਾਂ ਨੂੰ ਅੱਗੇ ਕੀਤਾ ਹੋਇਆ ਪੰਜਾਬ ਦੇ ਵਿੱਚ। ਭਾਜਪਾ ਲੀਡਰਾਂ ਦੀ ਦੌੜ ਇਸ ਚੱਕਰ 'ਚ ਨਹੀਂ ਹੈਗੀ ਵੀ ਪੰਜਾਬ ਦੇ ਲੋਕ ਜਾਣ ਢੱਠੇ ਖੂਹ 'ਚ, ਕਿਸਾਨੀ ਅੰਦੋਲਨ ਜੋ ਮਰਜ਼ੀ ਹੋਵੇ ਜੀ। ਉਹ ਆਪਦੀਆਂ ਕਹਿੰਦੇ ਆ, ਲੋਕਾਂ ਦੇ ਵਿੱਚ ਵੀ ਚਰਚਾ ਹੈਗੀ ਹੈ, ਜਿਵੇਂ ਪੁਲਿਸ ਨੇ ਪਹਿਲਾਂ ਹੀ ਅਗਾਹ ਕੀਤਾ ਮਲੋਟ ਵਾਲੇ ਜਿਹੜੇ ਅਰੁਣ ਨਾਰੰਗ ਨੂੰ ਵੀ ਇੱਥੇ ਮੀਟਿੰਗ ਨਾ ਕਰੋ, ਕਿਉਂਕਿ ਕਾਫੀ ਕਿਸਾਨ ਧਰਨੇ 'ਤੇ ਬੈਠੇ ਹੋਏ ਆ। ਪਰ ਇਹ ਜਿੱਦ ਦੇ ਨਾਲ ਉਹ ਇੱਥੇ ਆਏ। ਲੱਗਦਾ ਨਹੀਂ ਵੀ ਭਾਜਪਾ ਲੀਡਰ ਆਪਦੇ ਆਪ ਨੂੰ ਹਾਈਲਾਈਟ ਕਰਨਾ ਚਾਹੁੰਦੇ ਆ ਵੀ ਆਉਣ ਵਾਲੇ ਸਮੇਂ 'ਚ ਸਾਨੂੰ ਰਾਜ ਸਭਾ ਦੀ ਸੀਟ ਤਾਂ ਮਿਲ ਜੇ ਪੱਕੀ ਤੌਰ 'ਤੇ? ਬਿਲਕੁਲ ਜੀ। ਜਿਹੜੀ ਜਿਵੇਂ ਮਲੋਟ ਦੇ ਵਿੱਚ ਘਟਨਾ ਵਾਪਰੀ ਹੈ ਉਹਦੇ ਵਿੱਚ ਮੈਂ ਸਮਝਦਾ ਹਾਂ ਵੀ ਜਿਹੜਾ ਦੋਸ਼ੀ ਹੈ ਉਹ ਹੈ ਹੀ ਗਰੇਵਾਲ, ਕਿਉਂਕਿ ਗਰੇਵਾਲ ਦੇ ਬਿਆਨਾਂ ਤੋਂ ਹੀ ਲੋਕ ਹੈ ਜਿਹੜੇ ਨਾਰਾਜ਼ ਹੈ। ਜਿਹੜੀ ਇਹਨਾਂ ਦੀ ਬਗਾਵਤ ਹੋ ਰਹੀ ਹੈ ਨਾ ਜੀ, ਉਹ ਗਰੇਵਾਲ ਸਾਹਿਬ ਦੇ ਬਿਆਨਾਂ ਤੋਂ ਹੀ ਹੋ ਰਹੀ ਹੈ, ਕਿਉਂਕਿ ਉਹਦੇ ਬਿਆਨ ਹੀ ਬਿਲਕੁਲ ਕਿਸਾਨਾਂ ਦੇ ਉਲਟ ਹੁੰਦੇ ਆ ਹਮੇਸ਼ਾ। ਤਾਂ ਇਹੋ ਜਿਹੀਆਂ ਘਟਨਾਵਾਂ ਅੱਗੇ ਨਾ ਵਾਪਰਨ, ਆਪਾਂ ਇਹੀ ਕਾਮਨਾ ਕਰਦੇ ਹਾਂ ਕਿ ਅਮਨ ਸ਼ਾਂਤੀ ਰਹੇ। ਤਾਂ ਉਹ ਤਾਂ ਹੀ ਰਹਿ ਸਕਦੀ ਹੈ ਜੇ ਗਰੇਵਾਲ ਵਰਗੇ ਲੋਕਾਂ ਨੂੰ ਨੱਥ ਪਾਈ ਜਾਊਗੀ। ਤਾਂ ਅਗਰ ਇਹਨਾਂ ਨੂੰ ਸਰਕਾਰ ਖੁੱਲ੍ਹ ਦੇਊਗੀ, ਬੋਲਣ ਦਾ ਮੌਕਾ ਦੇਊਗੀ, ਤਾਂ ਸਰ ਹਾਲਾਤ ਖਰਾਬ ਹੋ ਸਕਦੇ ਆ। ਲੋਕ ਬਹੁਤ ਨਾਰਾਜ਼ ਨੇ। ਠੀਕ ਹੈ, ਅੱਜ ਤੁਸੀਂ ਕੇਸ ਫਾਈਲ ਕਰਨ ਜਾ ਰਹੇ ਹੋ ਮਾਣਹਾਨੀ ਦਾ ਗਰੇਵਾਲ 'ਤੇ। ਕੀ ਤੁਸੀਂ ਕਿਸੇ ਪਾਰਟੀ ਨਾਲ ਵੀ ਜੁੜੇ ਹੋਏ ਹੋ? ਪਹਿਲਾਂ ਤੁਹਾਡਾ ਪਿਛੋਕੜ ਆਮ ਆਦਮੀ ਪਾਰਟੀ ਨਾਲ ਰਿਹਾ, ਕਾਫੀ ਸਰਗਰਮ ਰਹੇ ਹੋ ਤੁਸੀਂ। ਫਿਰੋਜ਼ਪੁਰ ਜਿਹੜਾ ਡਿਸਟ੍ਰਿਕਟ ਹੈ ਉਹਦੇ ਇੰਚਾਰਜ ਰਹੇ ਹੈਗੇ ਹੋ। ਹੁਣ ਤੁਸੀਂ ਜਿਹੜੀ ਇਹ ਲੜਾਈ ਆਪਣੇ ਤੌਰ 'ਤੇ ਲੜ ਰਹੇ ਹੋ ਕਿ ਪਾਰਟੀ ਤੌਰ 'ਤੇ ਲੜ ਰਹੇ ਹੋ? ਨਹੀਂ ਸਰ, ਦੇਖੋ ਗੱਲ ਇਹ ਹੈ ਵੀ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਪਹਿਲਾਂ ਮੈਂ ਪੂਰਾ ਲੋਕ ਸਭਾ ਹਲਕੇ ਦਾ ਇੰਚਾਰਜ ਰਹਿ ਚੁੱਕਿਆ, ਅਤੇ ਗਿੱਦੜਬਾਹਾ ਹਲਕੇ ਤੋਂ ਵੀ ਮੈਂ ਟਿਕਟ ਦਾ ਦਾਅਵੇਦਾਰ ਰਿਹਾ। ਜਿੱਥੋਂ ਤੱਕ ਗੱਲ ਆ ਗਈ ਕਿਸਾਨੀ ਮਸਲੇ ਦੀ, ਇੱਥੇ ਕੋਈ ਪਾਰਟੀ ਲੈਵਲ ਦਾ ਮਸਲਾ ਨਹੀਂ ਰਹਿ ਜਾਂਦਾ। ਜਿੰਨੇ ਵੀ ਲੋਕ ਆਪਣੇ ਪੰਜਾਬ ਦੇ ਹੈ ਇਹ ਕਿਸੇ ਨਾ ਕਿਸੇ ਪਾਰਟੀ ਨਾਲ ਤਾਂ ਜੁੜੇ ਆ ਨਾ ਜੀ। ਤਾਂ ਕੋਈ ਜ਼ਰੂਰੀ ਨਹੀਂ, ਪਰ ਇੱਕ ਬੰਦਾ ਕੋਈ ਸੱਤਾ 'ਚ ਰਹਿ ਚੁੱਕਿਆ ਹੋਵੇ ਕਿਸੇ ਵੀ ਪਾਰਟੀ 'ਚ, ਔਰ ਉਹਨੇ ਸੱਤਾ ਦੇ ਵਿੱਚ ਰਹਿ ਕੇ ਉਹ ਸੱਤਾ ਦਾ ਦੁਰਉਪਯੋਗ ਕੀਤਾ ਹੋਵੇ, ਉਹ ਆ ਕੇ ਕਿਸਾਨਾਂ ਦੀ ਆਵਾਜ਼ ਉਠਾਵੇ ਤਾਂ ਉਹ ਸ਼ੋਭਾ ਨਹੀਂ ਦਿੰਦਾ। ਪਰ ਮੈਂ ਤਾਂ ਅੱਜ ਤੱਕ ਸਰਪੰਚੀ ਦਾ ਇਲੈਕਸ਼ਨ ਵੀ ਨਹੀਂ ਲੜਿਆ ਜੀ। ਸੋ ਇਸ ਕਰਕੇ ਮੈਂ ਕਿਸਾਨਾਂ ਦਾ ਜਦੋਂ ਦਾ ਅੰਦੋਲਨ ਸ਼ੁਰੂ ਹੋਇਆ ਮੈਂ ਉਸ ਪਾਸਿਓਂ ਸਾਈਲੈਂਟ ਹੋ ਕੇ ਸਿਰਫ ਕਿਸਾਨੀ ਅੰਦੋਲਨ ਦੇ ਵਿੱਚ ਹੀ ਲੋਕਾਂ ਦਾ ਸਾਥ ਦੇ ਰਿਹਾ ਜੀ, ਕਿਸਾਨ ਜਥੇਬੰਦੀਆਂ ਦਾ। ਚਲੋ, ਇਹ ਸਨ ਸਾਡੇ ਨਾਲ ਬਚਿੱਤਰ ਸਿੰਘ ਧਾਲੀਵਾਲ, ਜਿਨ੍ਹਾਂ ਦੇ ਵਿਚਕਾਰ ਤੇ ਗਰੇਵਾਲ ਅਤੇ ਇਹਨਾਂ ਦੇ ਵਿਚਕਾਰ ਜਿਹੜੀ ਸ਼ਬਦੀ ਜੰਗ ਚੱਲੀ ਹੈ ਅੱਜ ਕੋਰਟ ਤੱਕ ਪਹੁੰਚਣ ਵਾਲੀ ਹੈ, ਕਿਉਂਕਿ ਧਾਲੀਵਾਲ ਸਾਹਿਬ ਸਾਡੇ ਸੀਨੀਅਰ ਜਿਹੜੇ ਐਡਵੋਕੇਟ ਨੇ ਮਲੋਟ ਦੇ, ਚੂਨੀ ਲਾਲ ਭਾਰਤੀ ਜੀ, ਉਹਨਾਂ ਦੇ ਆਫਿਸ ਬੈਠੇ ਨੇ। ਸਾਡੀ ਮੁਲਾਕਾਤ ਹੋਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਗਰੇਵਾਲ ਨੇ ਜੋ
ਮਾੜੀ ਭਾਸ਼ਾ ਦਾ ਪ੍ਰਯੋਗ ਕੀਤਾ ਹੈ ਉਹਦੇ ਖਿਲਾਫ ਉਹ ਮਾਣਹਾਨੀ ਦਾ ਕੇਸ ਦਾਇਰ ਕਰਨ ਜਾ ਰਿਹਾ ਹੈ। ਚੁੰਨੀ ਲਾਲ ਜੀ, ਕੀ ਹੈ ਜੀ ਮਾਮਲਾ? ਤੁਹਾਡੇ ਕੋਲੇ ਬਚਿੱਤਰ ਜੀ ਆਏ ਨੇ, ਕੀ ਮਾਮਲਾ ਹੈਗਾ? ਇਹ ਬਣਦਾ ਹੈਗਾ ਉਹਨਾਂ ਦਾ ਅਧਿਕਾਰ ਜਾਂ ਕੋਈ ਕੇਸ, ਜਿਵੇਂ ਕਹਿੰਦੇ ਹੁੰਦੇ ਆ ਵੀ ਜੋ ਉਹਨਾਂ ਨੇ ਭਾਸ਼ਾ ਵਰਤੀ ਹੈਗੀ ਹੈ? ਖਾਲਸਾ ਜੀ, ਗੱਲ ਇਹ ਹੈ, ਕੁਝ ਦਿਨ ਪਹਿਲਾਂ ਮਲੋਟ ਦੇ ਵਿੱਚ ਜੋ ਭਾਜਪਾ ਦੇ ਐਮਐਲਏ ਅਰੁਣ ਨਾਰੰਗ ਜੀ ਦੇ ਨਾਲ ਘਟਨਾ ਹੋਈ, ਮੈਂ ਪਬਲਿਕਲੀ ਵੀ ਔਰ ਪ੍ਰੈਸ ਰਾਹੀਂ ਵੀ ਇਸ ਘਟਨਾ ਦੀ ਨਿੰਦਾ ਕੀਤੀ ਸੀ। ਮੈਂ ਵੀ ਇਸ ਦੇ ਹੱਕ ਦੇ ਵਿੱਚ ਨਹੀਂ ਹੈ ਕਿ ਇਸ ਤਰ੍ਹਾਂ ਦੇ ਘਟਨਾ ਸਾਡੇ ਸੱਭਿਆ ਸਮਾਜ 'ਚ ਹੋਵੇ, ਪਰ ਇਹਦੇ ਨਾਲ ਨਾਲ ਮੈਂ ਇਹ ਵੀ ਕਿਹਾ ਸੀ ਕਿ ਇਸ ਘਟਨਾ ਨਾਲ ਸੰਬੰਧਿਤ ਜਾਂ ਹੋਰ ਵੀ ਕਿਸਾਨ ਆਗੂਆਂ 'ਤੇ ਜੇ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਜਾਂਦੀ ਹੈ ਤਾਂ ਮੈਂ ਉਹਨਾਂ ਦੇ ਕੇਸ ਫਰੀ ਵਿੱਚ ਲੜਾਂਗਾ। ਮੈਂ ਕਿਸਾਨਾਂ ਤੋਂ ਕੋਈ ਫੀਸ ਨਹੀਂ ਲਵਾਂਗਾ। ਐਸੇ ਲੜੀ ਦੇ ਤਹਿਤ ਬਚਿੱਤਰ ਸਿੰਘ ਧਾਲੀਵਾਲ ਜੀ ਅੱਜ ਮੇਰੇ ਕੋਲ ਆਏ ਨੇ। ਇਹਨਾਂ ਨੇ ਮੈਨੂੰ ਆਪਣੀ ਗੱਲ ਦੱਸੀ ਹੈ ਔਰ ਇਹਨਾਂ ਦੇ ਦੱਸਣ ਮੁਤਾਬਕ, ਔਰ ਮੈਂ ਵੀ ਕੁਝ ਚੈਨਲ ਤੇ ਦੇਖਿਆ ਜੋ ਹਰਜੀਤ ਗਰੇਵਾਲ ਜੀ ਨੇ ਇਹਨਾਂ ਬਾਰੇ ਬੋਲਿਆ। ਮੈਂ ਨਹੀਂ ਸਮਝਦਾ ਕਿ ਇੰਨੇ ਵੱਡੇ ਪੱਧਰ ਦੇ ਆਗੂ ਨੂੰ, ਬੜੇ ਸਿਆਣੇ ਨੇ ਗਰੇਵਾਲ ਜੀ, ਪਰ ਸਿਆਣਾ ਬੰਦਾ ਵੀ ਕਈ ਵਾਰੀ ਗਲਤੀਆਂ ਕਰ ਜਾਂਦਾ ਹੈ। ਉਹਨਾਂ ਨੇ ਇਹਨਾਂ ਬਾਰੇ ਕਿਹਾ ਕਿ ਜੇ ਮੈਂ ਇਹਨੂੰ ਖਰੀਦ ਲਾਂ ਤਾਂ ਇਹ ਚੁੱਪ ਹੋ ਜਾਊ, ਬਚਿੱਤਰ ਸਿੰਘ ਧਾਲੀਵਾਲ ਬਾਰੇ। ਹੁਣ ਤੁਸੀਂ ਬਾਈਟ ਦੇ ਰਹੇ ਹੋ, ਚੈਨਲ ਦੇ ਉੱਪਰ ਦੇ ਰਹੇ ਹੋ, ਇਹਦਾ ਮਤਲਬ ਸਿੱਧੇ ਤੌਰ ਤੇ ਤੁਸੀਂ ਬਚਿੱਤਰ ਸਿੰਘ ਧਾਲੀਵਾਲ ਨੂੰ ਵਿਕਾਊ ਕਹਿ ਰਹੇ ਹੋ ਜੀ। ਔਰ ਜਿੱਥੋਂ ਤੱਕ ਕਾਨੂੰਨ ਦੀ ਗੱਲ ਹੈ, ਕਾਨੂੰਨ ਅਨੁਸਾਰ ਇਹ ਮਾਨਹਾਨੀ ਦਾ ਮੁਕੱਦਮਾ ਬਣਦਾ ਹੈ। ਬਚਿੱਤਰ ਧਾਲੀਵਾਲ ਜੀ ਮੇਰੇ ਕੋਲ ਆਏ ਨੇ, ਹੋਰ ਵੀ ਮੈਨੂੰ ਕੁਝ ਕਿਸਾਨਾਂ ਦੇ ਫੋਨ ਆਏ ਨੇ ਆਗੂਆਂ ਦੇ, ਉਹ ਵੀ ਕਹਿੰਦੇ ਵੀ ਅਸੀਂ ਤੁਹਾਨੂੰ ਮਿਲਣਾ ਹੈ। ਮੈਂ ਉਹਨਾਂ ਨੂੰ ਕਿਹਾ ਵੈਲਕਮ, ਔਰ ਮੈਂ ਤੁਹਾਡੇ ਮਾਧਿਅਮ ਰਾਹੀਂ, ਪ੍ਰੈਸ ਰਾਹੀਂ ਵੀ ਇਹ ਗੱਲ ਫਿਰ ਦੁਹਰਾਉਣਾ ਚਾਹੁੰਦਾ ਕਿ ਕਿਸਾਨ ਆਗੂਆਂ ਤੇ ਮਲੋਟ, ਗਿੱਦੜਵਾ, ਮੁਕਤਸਰ, ਈਵਨ ਜੇ ਹਾਈ ਕੋਰਟ ਤੱਕ ਵੀ ਜਾਣਾ ਪਏਗਾ ਤੇ ਮੈਂ ਕੋਈ ਫੀਸ ਨਹੀਂ ਲਵਾਂਗਾ। ਮੈਂ ਇੱਕ ਸਮਾਜ ਸੇਵਾ ਦੇ ਨਾਤੇ, ਕਿਉਂਕਿ ਜਿਹੜੇ ਕਿਸਾਨ ਪਿਛਲੇ 4 ਮਹੀਨਿਆਂ ਤੋਂ ਬੈਠੇ ਨੇ, ਸਾਡੇ ਬਜ਼ੁਰਗ, ਸਾਡੀ ਮਾਤਾਵਾਂ, ਸਾਡੀਆਂ ਭੈਣਾਂ ਇੰਨੀ ਠੰਡ ਦੇ ਵਿੱਚ ਬੈਠੀਆਂ ਰਹੀਆਂ, ਹੁਣ ਗਰਮੀ ਆ ਗਈ, ਪਰ ਕੇਂਦਰ ਸਰਕਾਰ ਜਿਹੜੀ ਹੈ ਉਹ ਮੈਂ ਨਾ ਮਾਨੂ ਦੀ ਅੜੀ ਲੈ ਕੇ ਬੈਠੀ ਹੋਈ ਹੈ। ਉਹਨਾਂ ਸਾਡੇ ਕਿਸਾਨ ਭਰਾਵਾਂ ਦਾ, ਭੈਣਾਂ ਦਾ ਕੁਝ ਸੁਣਵਾਈ ਨਹੀਂ ਹੋ ਰਹੀ। ਸੁਣਵਾਈ ਕਰਨੀ ਤਾਂ ਦੂਰ, ਨਰਿੰਦਰ ਤੋਮਰ ਜੀ ਤੋਂ ਲੈ ਕੇ ਹਰਿਆਣੇ ਦੇ ਵੀ ਮੰਤਰੀ, ਹਰਿਆਣੇ ਦੇ ਵੀ ਆਗੂ, ਔਰ ਪੰਜਾਬ ਦੇ ਤਾਂ ਗਰੇਵਾਲ ਜੀ ਹੋਏ ਜਾਂ ਕੁਝ ਹੋਰ ਨੇ, ਉਹ ਕਹਿ ਰਹੇ ਨੇ ਕਿ ਇਹ ਖਾਲਿਸਤਾਨੀ ਨੇ, ਇਹ ਮਾਓਵਾਦੀ ਨੇ, ਇਹ ਚੀਨ ਤੋਂ ਸਪੋਰਟਡ ਨੇ। ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਗਰੇਵਾਲ ਜੀ ਤੋਂ ਜਾਂ ਹੋਰ ਆਗੂਆਂ ਤੋਂ, ਤੁਹਾਡੇ ਕੋਲ ਕੀ ਸਬੂਤ ਹੈ ਕਿ ਇਹ ਖਾਲਿਸਤਾਨੀ ਨੇ? ਤੁਹਾਡੇ ਕੋਲ ਕੀ ਸਬੂਤ ਹੈ ਕਿ ਇਹ ਚੀਨ ਤੋਂ ਇਹਨਾਂ ਨੂੰ ਫੰਡਿੰਗ ਹੁੰਦੀ ਹੈ? ਜੇ ਕੋਈ ਸਬੂਤ ਹੈਗੇ ਤਾਂ ਤੁਸੀਂ ਬੀਜੇਪੀ ਦੇ ਲੀਡਰ ਹੋ, ਤੁਹਾਡੀ ਸਰਕਾਰ ਹੈ, ਕਿਉਂ ਨਹੀਂ ਇਹਨਾਂ ਨੂੰ ਅਰੈਸਟ ਕਰਦੇ? ਹੁਣ ਇਹ ਆਗੂ ਇੱਥੋਂ ਹੇਠਲੇ ਪੱਧਰ ਤੱਕ ਗਿਰ ਚੁੱਕੇ ਨੇ ਕਿ ਹਰਿਆਣੇ ਦੇ ਵੀ ਇੱਕ ਆਗੂ ਨੇ ਬਿਆਨ ਦਿੱਤਾ ਕਿ ਕੀ ਹੋਇਆ ਜੇ ਕੁਝ ਕਿਸਾਨ ਮਰ ਗਏ। ਬੰਦੇ ਤਾਂ ਮਰਦੇ ਹੀ ਰਹਿੰਦੇ ਨੇ। ਉਹ ਭਲੇ ਉਹ ਲੋਕੋ, ਅਸਲ ਦੇ ਵਿੱਚ ਪ੍ਰੋਬਲਮ ਪਤਾ ਕੀ ਹੈ ਖਾਲਸਾ ਜੀ? ਜਨਤਾ ਦੀ ਔਰ ਜਨਤਾ ਦੀ ਪੀੜਾ ਦੀ ਫਿਕਰ ਉਸ ਸਰਕਾਰ ਨੂੰ ਹੁੰਦੀ ਹੈ ਜੋ ਜਨਤਾ ਦੀਆਂ ਵੋਟਾਂ ਲੈ ਕੇ ਬਣੀ ਹੋਵੇ। ਨਰਿੰਦਰ ਤੋਮਰ ਜੀ ਨੇ ਵੀ ਕਹਿਤਾ ਭੀੜ ਇਕੱਠੀ ਹੋਣੇ ਸੇ ਕਾਨੂੰਨ ਨਹੀਂ ਬਦਲੇ ਜਾएंगे। ਸਹੀ ਗੱਲ ਹੈ ਭਾਈ, ਤੁਹਾਨੂੰ ਕਿਹੜਾ ਭੀੜ ਨੇ ਜਿਤਾਇਆ ਜਾਂ ਤੁਹਾਨੂੰ ਕਿਹੜਾ ਭੀੜ ਨੇ, ਜਨਤਾ ਨੇ ਕੋਈ ਮੰਤਰੀ ਬਣਾਇਆ? ਜਿੱਤੇ ਤਾਂ ਤੁਸੀਂ ਈਵੀਐਮ ਨਾਲ ਹੋ। ਤੁਹਾਨੂੰ ਜਨਤਾ ਦੀ ਪੀੜਾ ਦੀ ਤਕਲੀਫ ਤਾਂ ਹੋਵੇ ਜੇ ਤੁਹਾਨੂੰ ਪਤਾ ਹੋਵੇ ਕਿ ਸਾਨੂੰ ਜਨਤਾ ਨੇ ਜਿਤਾਇਆ ਔਰ ਅਸੀਂ ਫਿਰ ਦੁਬਾਰਾ ਫਿਰ ਜਨਤਾ ਕੋਲੇ ਜਾਣਾ ਹੈ। ਪਰ ਮੈਂ ਇਹਨਾਂ ਸਭ ਦੀ ਨਿਖੇਧੀ ਕਰਦਾ ਹੋਇਆ ਮੈਂ ਫਿਰ ਉਸ ਮੁੱਦੇ ਤੇ ਆਉਣਾ ਕਿ ਮਾਨਹਾਨੀ ਦਾ ਕੇਸ ਬਚਿੱਤਰ ਸਿੰਘ ਧਾਲੀਵਾਲ ਜੀ ਮੇਰੇ ਕੋਲ ਆਏ ਨੇ, ਇਹ ਅਸੀਂ ਤਿਆਰ ਕਰਕੇ ਅੱਜ ਜਾਂ ਕੱਲ੍ਹ ਦੇ ਵਿੱਚ ਫਾਈਲ ਕਰ ਦਿਆਂਗੇ। ਔਰ ਉਸ ਤੋਂ ਇਲਾਵਾ ਹੋਰ ਵੀ ਕੋਈ ਕਿਸਾਨ ਆਗੂ ਅਗਰ ਮੇਰੇ ਕੋਲ ਆਉਂਦੇ ਨੇ ਤਾਂ ਜਿਵੇਂ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਬਿਲਕੁਲ ਫਰੀ ਆਫ ਕੋਸਟ ਉਹਨਾਂ ਦੇ ਕੇਸ ਲੜਾਂਗਾ ਔਰ ਤੁਹਾਡੇ ਰਾਹੀਂ ਵੀ ਅਪੀਲ ਕਰਦਾ ਕਿ ਉਹਨਾਂ ਦਾ ਕੋਈ ਫੀਸ ਨਹੀਂ ਲਿੱਤੀ ਜਾਏਗੀ। ਤੁਸੀਂ ਐਡਵੋਕੇਟ ਇੱਕ ਜ਼ਿੰਮੇਵਾਰ ਹੋ, ਬਾਰ ਐਸੋਸੀਏਸ਼ਨ ਨੇ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਖੜੀ ਹੈ, ਐਲਾਨ ਕੀਤਾ, ਤੁਸੀਂ ਵੀ ਵਿੱਚ ਹੀ ਆਉਣੇ ਹੋ। ਸਾਰਾ ਤੁਹਾਡੀ ਟੀਮ ਜਿਹੜੀ ਹੈ ਕਿਸਾਨੀ ਅੰਦੋਲਨ ਦੇ ਨਾਲ ਜਿਹੜੀ ਖੜੀ ਹੈਗੀ ਹੈ। ਜਿਹੜੇ ਕਿਸਾਨਾਂ 'ਤੇ ਮਾਮਲੇ ਦਰਜ ਕੀਤੇ ਹੈ, ਨਾਰੰਗ ਦੇ ਮਾਮਲੇ ਦੇ ਵਿੱਚ ਤੁਸੀਂ ਫਰੀ ਲੜ ਰਹੇ ਹੋ, ਤੁਹਾਡੀ ਨਿਗਾਹ ਦੇ ਵਿੱਚ ਬੀਜੇਪੀ ਦਾ ਏਜੰਡਾ ਕੀ ਹੈਗਾ? ਕਿਉਂਕਿ ਇਹ ਤੁਹਾਡੇ ਕਹਿੰਦੇ ਹੁੰਦੇ ਆ ਵੀ ਨਿੱਜੀ, ਕਿਉਂਕਿ ਤੁਸੀਂ ਇੱਕ ਦਲਿਤ ਲੀਡਰ ਹੋ, ਬਹੁਜਨ ਸਮਾਜ ਪਾਰਟੀ ਨਾਲ ਜੁੜੇ ਰਹੇ ਹੋ, ਕਾਫੀ ਆਧਾਰ ਹੈ ਤੁਹਾਡਾ ਸਮਾਜ ਦੇ ਵਿੱਚ। ਤੁਸੀਂ ਕੀ ਮਹਿਸੂਸ ਕਰਦੇ ਹੋ, ਭਾਜਪਾ ਦਾ ਏਜੰਡਾ ਕੀ ਹੈ ਦੇਸ਼ ਦੇ ਵਿੱਚ? ਭਾਜਪਾ ਦਾ ਇੱਕੋ ਇੱਕ ਏਜੰਡਾ ਹੈ ਕਿ ਜੋ ਸਹੂਲਤਾਂ, ਜੋ ਸੁਵਿਧਾਵਾਂ, ਜੋ ਕਾਨੂੰਨੀ ਅਧਿਕਾਰ ਭਾਰਤੀ ਸੰਵਿਧਾਨ ਦੇ ਅਨੁਸਾਰ ਬਾਬਾ ਭੀਮ ਰਾਓ ਅੰਬੇਡਕਰ ਜੀ ਨੇ ਸਾਡੇ ਦੇਸ਼ ਦੇ ਲੋਕਾਂ ਨੂੰ ਦਿੱਤੇ ਨੇ,
ਖਾਸ ਕਰਕੇ ਸਾਡੇ ਦੇਸ਼ ਦੇ ਘੱਟ ਗਿਣਤੀ ਲੋਕਾਂ ਨੂੰ ਵੀ ਜੋ ਅਧਿਕਾਰ ਮਿਲੇ ਨੇ, ਅੱਜ ਸੰਵਿਧਾਨ ਦੇ ਮੁਤਾਬਕ ਸਾਰੇ ਲੋਕ ਇੱਕ ਬਰਾਬਰ ਨੇ, ਚਾਹੇ ਉਹ ਸਿੱਖ ਹੈ, ਚਾਹੇ ਦਲਿਤ ਹੈ, ਚਾਹੇ ਮੁਸਲਮਾਨ ਹੈ ਔਰ ਚਾਹੇ ਕੋਈ ਹਿੰਦੂ ਵੀਰ ਹੈ, ਸਭ ਕਾਨੂੰਨ ਦੇ ਅਨੁਸਾਰ ਇੱਕ ਬਰਾਬਰ ਨੇ। ਪਰ ਇਹ ਸਰਕਾਰ ਘੱਟ ਗਿਣਤੀਆਂ ਦੇ ਖਿਲਾਫ ਇੱਕੋ ਇੱਕ ਇਹਨਾਂ ਦਾ ਏਜੰਡਾ ਹੈ ਕਿ ਇਹਨਾਂ ਘੱਟ ਗਿਣਤੀਆਂ ਨੂੰ ਮਸਲ ਦਿੱਤਾ ਜਾਵੇ, ਰਗੜ ਦਿੱਤਾ ਜਾਵੇ, ਖਤਮ ਕਰ ਦਿੱਤਾ ਜਾਵੇ। ਅੱਜ ਦੇਸ਼ ਦੇ ਵਿੱਚ ਮੁਸਲਮਾਨ ਅਗਰ ਕੋਈ ਹੱਕ ਦੀ ਗੱਲ ਕਰਦਾ ਹੈ ਤਾਂ ਇਹ ਉਹਨੂੰ ਵੀ ਕਹਿੰਦੇ ਨੇ ਇਹ ਤਾਂ ਪਾਕਿਸਤਾਨੀ ਹੈ, ਇਹ ਤਾਂ ਬੰਗਲਾਦੇਸ਼ੀ ਹੈ। ਜੇ ਕੋਈ ਦਲਿਤ ਗੱਲ ਕਰਦਾ ਹੈ ਤਾਂ ਉਸ ਦੇ ਵੀ ਅਧਿਕਾਰ ਖੋਹ ਲੈਂਦੇ ਨੇ। ਇੱਕੋ ਇੱਕ ਏਜੰਡਾ ਹੈ ਸਰਕਾਰ ਦਾ ਕਿ ਦੇਸ਼ ਦੇ ਵਿੱਚ ਹਿੰਦੂ ਰਾਸ਼ਟਰ ਦੀ ਸਥਾਪਨਾ ਕਰਨਾ। ਔਰ ਮੈਂ ਕਹਿੰਦਾ ਹਾਂ ਕਿ ਸਾਡੇ ਭਾਰਤ ਦੇ ਵਿੱਚ ਜਦੋਂ ਅਸੀਂ ਛੋਟੇ ਹੁੰਦੇ ਸਕੂਲਾਂ ਦੇ ਵਿੱਚ ਭਾਰਤ ਦੇ ਸੰਵਿਧਾਨ ਦੀ ਵਿਸ਼ੇਸ਼ਤਾਵਾਂ ਪੜ੍ਹਦੇ ਹੁੰਦੇ ਸੀ ਤਾਂ ਇੱਕੋ ਹੀ ਗੱਲ ਆਉਂਦੀ ਸੀ ਕਿ ਅਨੇਕਤਾ ਮੇਂ ਏਕਤਾ ਭਾਰਤ ਦੀ ਵਿਸ਼ੇਸ਼ਤਾ, ਵੀ ਭਾਰਤ ਦੇ ਵਿੱਚ ਵੱਖ-ਵੱਖ ਧਰਮਾਂ ਦੇ, ਵੱਖ-ਵੱਖ ਵਰਗਾਂ ਦੇ, ਵੱਖ-ਵੱਖ ਨਸਲਾਂ ਦੇ, ਵੱਖ-ਵੱਖ ਕੌਮਾਂ ਦੇ ਲੋਕ ਰਹਿੰਦੇ ਨੇ, ਜਿਨ੍ਹਾਂ ਦੀ ਆਪਣੀ ਅੱਡ ਭਾਸ਼ਾ ਹੈ, ਅੱਡ ਉਹਨਾਂ ਦਾ ਇਤਿਹਾਸ ਹੈ, ਅੱਡ ਉਹਨਾਂ ਦਾ ਵੇਸ਼ਭੂਸ਼ਾ ਹੈ ਔਰ ਪੂਜਾ ਕਰਨ ਦੇ ਤਰੀਕੇ ਅਲੱਗ ਨੇ। ਪਰ ਉਸ ਦੇ ਬਾਵਜੂਦ ਵੀ ਉਹ ਸਾਰੇ ਭਾਰਤ ਦੇ ਨਾਗਰਿਕ ਨੇ। ਇਹ ਅਧਿਕਾਰ ਭਾਰਤ ਦਾ ਸੰਵਿਧਾਨ ਸਾਰਿਆਂ ਨੂੰ ਦਿੰਦਾ ਹੈ। ਪਰ ਇਹ ਸਿਰਫ ਹਿੰਦੂ ਰਾਸ਼ਟਰ ਸਥਾਪਿਤ ਕਰਨਾ ਚਾਹੁੰਦੇ ਨੇ, ਇਸ ਕਰਕੇ ਇਹ ਪਿਕ ਐਂਡ ਚੂਜ਼ ਕਰਦੇ ਨੇ। ਅੱਜ ਜੋ ਕਿਸਾਨਾਂ ਨੂੰ ਦਬਾਇਆ ਜਾ ਰਿਹਾ ਹੈ, ਕਿਸਾਨਾਂ ਦੀ ਗੱਲਾਂ ਨਹੀਂ ਮੰਨੀਆਂ ਜਾ ਰਹੀਆਂ, ਇਹ ਸਿਰਫ ਇਸ ਕਰਕੇ ਹੋ ਰਿਹਾ ਕਿ ਕਿਸਾਨਾਂ ਨੂੰ ਇਹ ਕਹਿੰਦੇ ਨੇ ਕਿ 2 ਜਾਂ 3% ਨੇ। ਜੇ ਪੰਜਾਬ ਦੀ ਗੱਲ ਕਰੀਏ ਤਾਂ ਬੀਜੇਪੀ ਦੀ ਮਾਨਸਿਕਤਾ ਹੈ ਕਿ ਇੱਥੇ ਕਿਹੜੀਆਂ ਸੀਟਾਂ ਨੇ, 13 ਸੀਟਾਂ ਨੇ, 2 ਜਾਂ 3 ਅਸੀਂ ਲੜਦੇ ਹੁੰਦੇ ਹਾਂ, ਕੀ ਫਰਕ ਪੈਂਦਾ ਇਹ 2-3 ਸੀਟਾਂ ਸਾਨੂੰ ਨਾ ਆਉਣਗੀਆਂ। ਪਰ ਇਹ ਗਲਤ ਹੈ, ਇਹ ਗਲਤ ਹੈ, ਇਸ ਨੂੰ ਸਮਝਣ ਦੀ ਲੋੜ ਹੈ। ਅੱਜ ਸਿੱਖਾਂ ਦੇ ਉੱਪਰ ਗੱਲ ਆਈ ਹੈ, ਪਹਿਲਾਂ ਦਲਿਤਾਂ ਤੇ ਆਈ ਸੀ, ਤੁਹਾਨੂੰ ਯਾਦ ਹੋਏਗਾ। SC ST ਐਕਟ ਖਤਮ ਕਰ ਦਿੱਤਾ ਗਿਆ ਸੀ ਤੁਹਾਡੇ ਹੀ ਸਾਹਮਣੇ। ਮਲੋਟ ਦੇ ਵਿੱਚ 2 ਅਪ੍ਰੈਲ 2018 ਨੂੰ ਅਸੀਂ SC ST ਐਕਟ ਖਤਮ ਕਰਨ ਦੇ ਵਿਰੋਧ ਵਿੱਚ ਭਾਰਤ ਬੰਦ ਕੀਤਾ ਸੀ ਔਰ ਪੰਜਾਬ ਦੇ ਵਿੱਚੋਂ, ਮਲੋਟ ਦੇ ਵਿੱਚੋਂ ਰਿਕਾਰਡ ਰਸ਼ ਰਿਹਾ ਸੀ। ਉਹ ਤੁਸੀਂ ਉਸ ਵੇਲੇ ਇੱਕ ਬਹੁਤ ਵੱਡੀ ਗੱਲ ਕਹੀ ਸੀਗੀ। ਉਹ ਗੱਲ ਮੈਂ ਦੱਸਦਾ, ਉਹ ਗੱਲ ਮੈਂ ਕਹੀ ਸੀ ਜਦੋਂ ਤੁਗਲਕਾਬਾਦ ਵਿੱਚ ਗੁਰੂ ਰਵਿਦਾਸ ਜੀ ਦਾ ਮੰਦਿਰ ਤੋੜਿਆ ਗਿਆ। ਉਦੋਂ ਵੀ ਕਿਉਂਕਿ ਮਲੋਟ ਦੇ ਵਿੱਚ ਦਲਿਤਾਂ ਦੀ ਗਿਣਤੀ ਬਹੁਤ ਹੈ, ਇੱਥੇ ਗੁਰੂ ਰਵਿਦਾਸ ਜੀ ਦਾ ਜਨਮ ਦਿਨ ਪੂਰੇ ਪੰਜਾਬ ਵਿੱਚੋਂ ਦੂਜੇ ਪੱਧਰ ਤੇ ਮਨਾਇਆ ਜਾਂਦਾ ਹੈ। ਸਭ ਤੋਂ ਵੱਧ ਇਕੱਠ ਹੁੰਦਾ ਜਲੰਧਰ ਔਰ ਦੂਜੇ ਨੰਬਰ ਤੇ ਪੰਜਾਬ ਤੇ। ਤਾਂ ਜਦੋਂ ਗੁਰੂ ਰਵਿਦਾਸ ਜੀ ਦਾ ਮੰਦਿਰ ਤੋੜਿਆ ਗਿਆ ਉਦੋਂ ਮੈਂ ਗੱਲ ਆਖੀ ਸੀ ਕਿ ਅਗਰ ਆਉਣ ਵਾਲੇ ਸਮੇਂ ਦੇ ਵਿੱਚ ਬਚਣਾ ਹੈ, ਜਿਉਣਾ ਹੈ, ਮਾਨ ਸਨਮਾਨ ਨਾਲ ਜਿਉਣਾ ਹੈ, ਤਾਂ ਸਿੱਖ, ਪੂਰੇ ਭਾਰਤ ਦੇ ਸਿੱਖ, ਪੂਰੇ ਭਾਰਤ ਦੇ ਦਲਿਤ ਅਤੇ ਪੂਰੇ ਭਾਰਤ ਦੇ ਮੁਸਲਮਾਨ ਇਕੱਠੇ ਹੋ ਜਾਣ, ਇੱਕ ਪਲੇਟਫਾਰਮ ਤੇ ਆ ਜਾਣ, ਤਾਂ ਅਸੀਂ ਇਹਨਾਂ ਅਖੌਤੀ ਦੇਸ਼ ਦੇ ਜਿਹੜੇ ਆਗੂ ਬਣੇ ਫਿਰਦੇ ਨੇ, ਇਹਨਾਂ ਨੂੰ ਅਸੀਂ ਭਜਾ ਕੇ ਇਹ ਜਿੱਥੋਂ ਆਏ ਨੇ ਯੂਰੇਸ਼ੀਆ ਤੋਂ, ਅਸੀਂ ਇਹਨਾਂ ਨੂੰ ਉੱਥੇ ਕੱਢ ਦਿਆਂਗੇ। ਔਰ ਅਗਰ ਅਸੀਂ ਵੰਡੇ ਰਹੇ ਤਾਂ ਇੱਕ ਇੱਕ ਕਰਕੇ ਪਿਕ ਐਂਡ ਚੂਜ਼ ਕਰਨਗੇ। ਕਿਉਂਕਿ ਸਾਡੇ ਦੇਸ਼ ਦੇ ਵਿੱਚ ਜੋ ਪ੍ਰੋਬਲਮ ਹੈ, ਜੋ ਮਾਨਸਿਕਤਾ ਹੈ ਲੋਕਾਂ ਦੀ, ਉਹ ਜਿਸ ਤਰ੍ਹਾਂ ਕਸਾਈ ਦੇ ਪਿੰਜੜੇ ਦੇ ਵਿੱਚ ਮੁਰਗੇ ਦਾਣਾ ਚੁਗਦੇ ਹੁੰਦੇ ਨੇ, ਸਾਡੀ ਉਹ ਹੈ। ਸਾਨੂੰ ਲਾਲਚ ਦਿੱਤਾ ਜਾਂਦਾ, ਕੋਈ ਫਰੀ ਬਿਜਲੀ ਦਾ, ਫਰੀ ਅੱਜ ਜਿਵੇਂ ਤੁਸੀਂ ਵੀ ਕਰਕੇ ਕਵਰੇਜ ਕਰਕੇ ਆਏ ਹੋਵੋਗੇ, ਫਰੀ ਬੱਸ ਸਰਵਿਸ ਦਾ, ਫਰੀ ਆਟਾ ਦਾਲ ਦਾ, ਠੀਕ ਹੈ। ਕਸਾਈ ਜਿਹੜੇ ਮੁਰਗੇ ਨੂੰ ਉਸ ਪਿੰਜਰੇ 'ਚੋਂ ਕੱਢਦਾ ਵੱਢਣ ਵਾਸਤੇ, ਉਹੀ ਰੋਲਾ ਪਾਉਂਦਾ, ਬਾਕੀ ਸਭ ਮਸਤ ਰਹਿੰਦੇ ਨੇ। ਸਾਡੇ ਦੇਸ਼ ਦੇ ਵਿੱਚ ਵੀ ਉਹੀ ਹੈ ਕਿ ਜਿਹਦੇ ਉੱਪਰ ਜਿਹੜੇ ਸਮੁਦਾਇ 'ਤੇ ਗੱਲ ਹੁੰਦੀ ਹੈ, ਸਿਰਫ ਉਹੀਓ ਗੱਲ ਕਰਦਾ, ਉਹੀਓ ਵਿਰੋਧਤਾ ਕਰਦਾ, ਉਹੀਓ ਆਪਣੇ ਹੱਕ ਦੇ ਆਵਾਜ਼ ਉਠਾਉਂਦਾ, ਦੂਜੇ ਸਾਰੇ ਚੁੱਪਚਾਪ ਦੇਖਦੇ ਰਹਿੰਦੇ ਨੇ। ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਸਾਰੇ ਦੇਸ਼ ਦੇ ਲੋਕਾਂ ਨੂੰ ਕਿ ਇਹ ਕਿਸਾਨਾਂ ਦਾ ਮਸਲਾ ਨਹੀਂ ਹੈ, ਇਹ ਇਕੱਲੇ ਕਿਸਾਨਾਂ ਦਾ ਮਸਲਾ ਨਹੀਂ ਹੈ। ਕਿਸਾਨ ਅਗਰ ਉੱਥੇ ਬੈਠਾ ਹੈ ਤਾਂ ਉਹ ਵਕੀਲ ਵਾਸਤੇ ਵੀ ਬੈਠਾ ਹੈ, ਕਿਸਾਨ ਅਗਰ ਬੈਠਾ ਤਾਂ ਇੱਕ ਪੱਤਰਕਾਰ ਵਾਸਤੇ ਵੀ ਬੈਠਾ ਹੈ, ਕਿਸਾਨ ਅਗਰ ਬੈਠਾ ਤਾਂ ਇੱਕ ਸੀਰੀ ਦੇ ਵਾਸਤੇ ਬੈਠਾ ਹੈ, ਕਿਉਂਕਿ ਰੋਟੀ ਆਪਾਂ ਸਾਰੇ ਹੀ ਖਾਂਦੇ ਹਾਂ। ਤੇ ਜੇ ਅੰਨਦਾਤਾ ਨੂੰ ਇੱਜ਼ਤਮਾਨ ਨਹੀਂ ਮਿਲੇਗਾ, ਅੰਨਦਾਤਾ ਹੀ ਫਾਹੇ ਲੈਂਦਾ ਰਹੇਗਾ, ਤੇ ਫਿਰ ਦੇਸ਼ ਖੁਸ਼ਹਾਲ ਕਿਵੇਂ ਹੋ ਸਕਦਾ? ਇੱਕ ਜਿਵੇਂ ਬੀਜੇਪੀ ਤੇ ਇਲਜ਼ਾਮ ਲੱਗਦਾ, ਵਿਰੋਧੀ ਪਾਰਟੀਆਂ ਕਹਿੰਦੀਆਂ, ਤੁਸੀਂ ਵੀ ਕਹਿ ਰਹੇ ਹੋ ਫਿਰਕਾ ਪ੍ਰਸਤੀ ਰਾਜਨੀਤੀ ਕਰਦੇ ਆ ਇਹ। ਮਲੋਟ ਦੇ ਵਿੱਚ ਵੀ ਇਹ ਜਿਹੜੇ ਭਾਜਪਾ ਦੇ ਜਿਹੜੇ ਵਿਧਾਇਕ ਅਰੁਣ ਨਾਰੰਗ ਨਾਲ ਜੋ ਹੋਇਆ, ਉਸ ਤੋਂ ਬਾਅਦ ਕੁਝ ਲੋਕ ਭਾਜਪਾ ਦੇ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਬੰਦ ਦੇ ਦੌਰਾਨ, ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ ਵੀ ਇਹ ਤਾਂ ਹਿੰਦੂਆਂ ਦੇ ਵਿਰੁੱਧ ਹੈ ਜੀ, ਇਹ ਹੈ ਜੀ। ਤੁਹਾਨੂੰ ਲੱਗਦਾ ਨਹੀਂ ਵੀ ਪੰਜਾਬ ਜਿਹੜਾ ਹੈਗਾ ਗੁਰੂਆਂ ਦੇ ਨਾਂ 'ਤੇ ਵਸਦਾ, ਪੰਜਾਬ ਦੇ ਲੋਕ ਹਰ ਫਿਰਕੇ ਲਈ, ਹਰ ਵਰਗ ਲਈ ਇਕਜੁੱਟ ਹੋ ਕੇ ਮੂਹਰੇ ਆ ਜਾਂਦੇ, ਚਾਹੇ ਕੋਈ ਆਫਤ ਹੋਵੇ। ਅਤੇ ਇਹੋ ਜਿਹੇ ਲੋਕ ਇਸ ਪੰਜਾਬ ਨੂੰ ਵੀ ਉਸ ਭੱਠੀ 'ਚ ਝੁਕਣਾ ਚਾਹੁੰਦੇ ਆ। ਖਾਲਸਾ ਜੀ, ਗੱਲ ਇਹ ਹੈ, ਸ਼ਾਇਦ ਤੁਹਾਡੇ ਧਿਆਨ 'ਚ ਹੋਏਗਾ ਕਿ ਮੈਂ 17 ਸਾਲ ਬੀਜੇਪੀ 'ਚ ਰਿਹਾ ਜੀ। ਮੈਂ ਪੰਜਾਬ ਦੇ ਵੱਖ-ਵੱਖ ਅਹੁਦਿਆਂ 'ਤੇ ਰਿਹਾ ਬੀਜੇਪੀ ਦੇ ਵਿੱਚ। ਮੈਂ ਉਹਨਾਂ ਗੱਲਾਂ 'ਤੇ ਨਹੀਂ ਜਾਣਾ ਚਾਹੁੰਦਾ, ਮੇਰੇ ਤੋਂ ਬਿਹਤਰ ਬੀਜੇਪੀ ਨੂੰ ਕੋਈ ਨਹੀਂ ਜਾਣਦਾ।
ਔਰ ਬੀਜੇਪੀ ਦੇ ਪਿੱਛੇ ਜੋ ਇਹਨਾਂ ਦੀ ਆਰਐਸਐਸ ਹੈ ਉਸ ਦੀ ਕੀ ਮਾਨਸਿਕਤਾ ਹੈ, ਉਸ ਤੋਂ ਬਿਹਤਰ ਵੀ ਮੈਂ ਸਮਝਦਾ ਕਿ ਮੇਰੇ ਤੋਂ ਬਿਹਤਰ ਕੋਈ ਨਹੀਂ ਜਾਣਦਾ। ਮੈਂ ਇਹਨਾਂ ਦੇ ਵਿੱਚ ਰਿਹਾ। ਮੈਂ ਵੀ ਬੀਜੇਪੀ ਉਦੋਂ ਛੱਡੀ ਸੀ ਜਦੋਂ 2 ਅਪ੍ਰੈਲ 2018 ਨੂੰ SC ST ਸਾਡੇ ਅਧਿਕਾਰ ਖੋਏ ਗਏ ਤੇ ਮੈਂ ਗੁੱਸੇ ਦੇ ਵਿੱਚ ਬੀਜੇਪੀ ਛੱਡਤੀ ਸੀ। ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਜਿਹੜਾ ਪੰਜਾਬ ਹੈ ਇਹ ਇੱਥੇ ਕਿਹੜੇ ਇਕੱਲੇ ਹਿੰਦੂਆਂ ਦੀ ਗੱਲ ਕਰਦੇ ਆ। ਹਰਿਮੰਦਰ ਸਾਹਿਬ ਜਾ ਕੇ ਦੇਖੋ, ਜਿੰਨੇ ਅਗਰ ਸਿੱਖ ਭਾਈ ਉੱਥੇ ਜਾਂਦੇ ਨੇ ਤਾਂ ਉਸ ਤੋਂ ਜ਼ਿਆਦਾ ਮੈਂ ਕਹਿੰਦਾ ਹਿੰਦੂ ਭਰਾ ਵੀ ਜਾਂਦੇ ਨੇ। ਵੈਸ਼ਨੋ ਦੇਵੀ ਮਾਤਾ ਜਾ ਕੇ ਦੇਖ ਲਓ ਤੁਸੀਂ, ਉੱਥੇ ਵੀ ਆਈ ਉਹ ਹਾਲ ਹੈ। ਉੱਥੇ ਕਿਹੜਾ ਇਕੱਲੇ ਹਿੰਦੂ ਲੋਕ ਜਾਂਦੇ ਨੇ, ਸਾਡੇ ਸਿੱਖ ਭਰਾ ਵੀ ਬਹੁਤ ਜਾਂਦੇ ਨੇ, ਬਹੁਤ ਮਾਤਾ ਨੂੰ ਮੰਨਦੇ ਨੇ। ਮੈਂ ਇਸ ਕਰਕੇ ਕਹਿਣਾ ਚਾਹੁੰਦਾ ਕਿ ਸਾਡੇ ਪੰਜਾਬ ਦੇ ਵਿੱਚ ਆਪਸੀ ਭਾਈਚਾਰਾ ਬਹੁਤ ਚੰਗਾ ਹੈ। ਹੁਣ ਆਪਾਂ ਇੱਥੇ ਬੈਠੇ ਹਾਂ ਜੀ, ਇਹਦੇ ਵਿੱਚ ਕਿਹੜਾ ਸਿੱਖ ਹੈ ਤੇ ਕਿਹੜਾ ਹਿੰਦੂ, ਆਪਾਂ ਸਾਰੇ ਭਰਾ ਬੈਠੇ। ਨਹੀਂ, ਬੀਜੇਪੀ ਜਿਸ ਤਰੀਕੇ ਨਾਲ ਉਹ ਗੱਲ ਕਹੀ ਗਈ ਵੀ ਹਿੰਦੂਆਂ ਤੇ ਜ਼ੁਲਮ ਕਰ ਰਹੇ ਆ ਜੀ, ਹਿੰਦੂ ਕਰਕੇ ਜੀ ਐਂ ਹੋ ਗਿਆ, ਤੁਹਾਨੂੰ ਲੱਗਦਾ ਹੈ ਵੀ ਪੰਜਾਬ ਦੇ ਵਿੱਚ ਵੀ ਹੁਣ ਇਹ ਪੱਤਾ ਖੇਡਿਆ ਜਾ ਰਿਹਾ ਹੈ? ਇਹ ਪੱਤਾ ਤਾਂ ਸ਼ੁਰੂ ਤੋਂ ਹੀ ਖੇਡ ਰਹੇ ਜੀ। ਇਹ ਜਿਹੜਾ ਹੈ ਕਿ ਹਿੰਦੂ ਜਿਹੜੀ ਵੋਟਰਾਂ ਨੇ ਉਹਨਾਂ ਦਾ ਧਰੂਵੀਕਰਨ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਕਿਉਂਕਿ ਮੈਂ ਤੁਹਾਡੀ ਗੱਲ ਕੱਟ ਰਿਹਾ, ਪ੍ਰਕਾਸ਼ ਸਿੰਘ ਬਾਦਲ ਨੇ ਰਾਜ ਕੀਤਾ, ਅਕਾਲੀ ਭਾਜਪਾ ਗੱਠਜੋੜ ਬਣ ਕੇ ਕਾਫੀ ਲੰਮਾ ਰਾਜ ਹੋਇਆ। ਉਸ ਵੇਲੇ ਇਹ ਕਿਹਾ ਜਾਂਦਾ ਸੀ ਹਿੰਦੂ ਸਿੱਖ ਏਕਤਾ ਦੇ ਪ੍ਰਤੀਕ ਹੈ, ਪਰ ਅੱਜ ਇਹ ਗੱਲ ਕਿਉਂ ਉੱਠੀ ਵੀ ਇਹ ਹਿੰਦੂਆਂ ਦੇ ਵਿਰੁੱਧ ਆ? ਉਹ ਭਾਜਪਾ ਵੱਲੋਂ ਉੱਠੀ ਗਈ। ਤੁਸੀਂ ਇੱਕ ਚੀਜ਼ ਖਾਲਸਾ ਜੀ ਨੋਟ ਕਰੋ, ਅੱਗੇ 2022 ਆ ਰਹੀ ਹੈ। 2022 ਨੂੰ ਦੇਖ ਕੇ ਹੀ ਸਾਰੀ ਪਲਾਨਿੰਗਾਂ ਕੀਤੀ ਜਾ ਰਹੀਆਂ। ਤੁਸੀਂ ਪਹਿਲਾਂ ਇੱਕ ਗੱਲ ਆਖੀ ਸੀ ਕਿ ਜਦੋਂ ਅਰੁਣ ਨਾਰੰਗ ਜੀ ਨੂੰ ਪਤਾ ਸੀ ਵੀ ਇੰਨਾ ਵਿਰੋਧ ਉੱਥੇ ਹੋ ਰਿਹਾ ਹੈ, ਲੋਕ ਦਫ਼ਤਰ ਦੇ ਅੱਗੇ ਬੈਠੇ ਨੇ, ਕੀ ਲੋੜ ਸੀ ਉੱਥੇ ਆਉਣ ਦੀ? ਮੈਂ ਸਮਝਦਾ ਇਹਦੇ ਵਿੱਚ ਜੇ ਜਿਨ੍ਹਾਂ ਲੋਕਾਂ ਨੇ ਕਾਰਵਾਈ ਕੀਤੀ ਹੈ, ਮੈਂ ਉਹਨੂੰ ਜਸਟੀਫਾਈ ਨਹੀਂ ਕਰਦਾ, ਮੈਂ ਉਹਨੂੰ ਸਹੀ ਨਹੀਂ ਕਹਿੰਦਾ, ਪਰ ਜਿੰਨੇ ਉਹ ਲੋਕ ਗੁਨੇਗਾਰ ਨੇ ਉਨੇ ਹੀ ਬੀਜੇਪੀ ਮੰਡਲ ਵੀ ਗੁਨੇਗਾਰ ਹੈ। ਇਹ 10-12 ਲੋਕ ਉੱਥੇ ਬੈਠੇ ਨੇ, ਔਰ ਜਦੋਂ ਕਿ ਹਜ਼ਾਰਾਂ ਦੀ ਭੀੜ ਦੇ ਵਿੱਚ ਤੁਹਾਡੀ ਵਿਰੋਧਤਾ ਹੋ ਰਹੀ ਹੈ, ਤੁਸੀਂ ਆਪਣੇ ਆਗੂ ਨੂੰ ਕਿਉਂ ਸੱਦਿਆ? ਔਰ ਤੁਸੀਂ ਉਸ ਘਟਨਾ ਨੂੰ ਦੇਖੋ, ਇਹ ਘਟਨਾ 2 ਵਾਰੀ ਹੋਈ ਹੈ। ਇੱਕ ਵਾਰੀ ਅੰਦਰ ਚਲੇ ਗਏ ਨੇ, ਫਿਰ ਜਦੋਂ ਇਹ ਲੋਕ ਬੈਠੇ ਨੇ ਜਿੰਦਾਬਾਦ ਮੁਰਦਾਬਾਦ ਕਰ ਰਹੇ ਨੇ, ਤੁਸੀਂ ਉਹਨਾਂ ਨੂੰ ਬਾਹਰ ਕਿਉਂ ਕੱਢਿਆ? ਇਹ ਜਿੱਥੇ ਬੀਜੇਪੀ ਗੁਨੇਗਾਰ ਹੈ ਮਲੋਟ ਦੀ, ਉੱਥੇ ਹੀ ਪੰਜਾਬ ਪੁਲਿਸ ਜੀ, ਪੰਜਾਬ ਪੁਲਿਸ ਨੂੰ ਮੈਂ ਗੁਨੇਗਾਰ ਮੰਨਦਾ ਹਾਂ। ਕਾਰਨ ਕੀ ਹੈ? ਅੱਜ ਚਾਹੇ ਕਾਂਗਰਸ ਹੈ, ਚਾਹੇ ਬੀਜੇਪੀ ਹੈ, ਕੋਈ ਵੀ ਪਾਰਟੀ ਹੈ, ਉਹ 2022 ਨੂੰ ਮੁੱਖ ਲੈ ਕੇ ਚੱਲਦੇ ਨੇ। ਪੰਜਾਬ ਦੇ ਵਿੱਚ ਮੈਂ ਇੱਕ ਗੱਲ ਕਹਿਣਾ ਚਾਹਾਂਗਾ, ਸਾਡਾ ਜਿਹੜਾ ਅਮਨ ਸ਼ਾਂਤੀ ਜਿਹੜੀ ਹੈ ਇਸ ਟਾਈਮ ਖਤਰੇ 'ਚ ਹੈ, ਕਿਉਂਕਿ ਉਸ ਅਮਨ ਸ਼ਾਂਤੀ ਨੂੰ ਹਿੰਦੂ ਤੇ ਸਿੱਖਾਂ ਦਾ ਰੰਗ ਦੇ ਕੇ ਇਹ ਫਿਰ ਉਹੀ ਉਹ ਜਿਹੜਾ ਅੱਤਵਾਦ ਵਾਲਾ ਦੌਰ ਸੀ ਉਸ ਤੋਂ ਵੀ ਮਾੜਾ ਦੌਰ ਇਹ ਲਿਆਉਣਾ ਚਾਹੁੰਦੇ ਨੇ, ਕਿਉਂਕਿ ਆਪਸ ਦੇ ਵਿੱਚ ਇਹ ਫਿਰਕਿਆਂ ਲੜਾਉਣਾ ਚਾਹੁੰਦੇ ਨੇ। ਮੈਂ ਸਮਝਦਾ ਪੰਜਾਬ ਦੇ ਵਿੱਚ ਸਾਰੇ ਲੋਕ ਰਲ ਮਿਲ ਕੇ ਰਹਿੰਦੇ ਨੇ, ਕੋਈ ਨਾ ਤਾਂ ਇੱਥੇ ਕੋਈ ਧਰਮ ਦੇ ਨਾਂ 'ਤੇ ਕੋਈ ਦੰਗੇ ਹੁੰਦੇ ਨੇ, ਨਾ ਹੀ ਇੱਥੇ ਜਾਤ ਦੇ ਨਾਂ 'ਤੇ ਦੰਗੇ ਹੁੰਦੇ ਨੇ, ਨਾ ਹੀ ਇੱਥੇ ਕੋਈ ਹਿੰਦੂ ਸਿੱਖ ਦੇ ਨਾਂ 'ਤੇ ਦੰਗੇ ਹੁੰਦੇ ਨੇ। ਮੁਸਲਮਾਨ ਲੋਕ ਵੀ ਸਾਡੇ ਭਰਾ ਨੇ, ਬੜੀ ਹਜ਼ਾਰਾਂ ਦੀ ਗਿਣਤੀ ਵਿੱਚ। ਤੁਸੀਂ ਕਦੇ ਆ ਕੇ ਦੇਖੋ, ਮੇਰੇ ਘਰ ਦੇ ਪਿਛਲੇ ਪਾਸੇ ਮਸਜਿਦ ਹੈ, ਸ਼ੁੱਕਰਵਾਰ ਨੂੰ ਐਤਵਾਰ ਨੂੰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹ ਮੁਸਲਮਾਨ ਆਉਂਦੇ ਨੇ ਔਰ ਸਾਡੇ ਲੋਕ ਉੱਥੇ ਸੇਵਾ ਕਰਦੇ ਨੇ। ਆ ਤੁਸੀਂ ਦੇਖ ਲਓ, ਸਿੰਧੂ ਬਾਰਡਰ ਤੇ ਟਿਕਰੀ ਬਾਰਡਰ ਤੇ ਮੁਸਲਮਾਨ ਲੋਕ ਵੀ ਤੁਹਾਡੇ ਨਾਲ ਖੜੇ ਨੇ, ਸਾਡੇ ਕਿਸਾਨ ਭਰਾਵਾਂ ਦੇ ਨਾਲ। ਇਹ ਕੋਈ ਐਸਾ ਰੌਲਾ ਨਹੀਂ ਹੈ, ਇਹ ਬਣਾਇਆ ਜਾ ਰਿਹਾ। ਬਿਲਕੁਲ, ਇਹ ਕਾਫੀ ਰੰਗਤ ਦਿੱਤੀ ਜਾ ਰਹੀ ਹੈ ਫਿਰਕਾ ਪ੍ਰਸਤੀ ਦੀ। ਜਿਸ ਤਰ੍ਹਾਂ ਬੀਜੇਪੀ ਇਸ ਮੁੱਦੇ ਨੂੰ ਹਿੰਦੂ ਕਹਿ ਕੇ, ਹਾਲਾਂਕਿ ਉਹ ਪੱਤਰਕਾਰ ਜ਼ਿੰਮੇਵਾਰ ਪੱਤਰਕਾਰ ਨੇ, ਉਹਨੇ ਉਸੇ ਵਕਤ ਹੀ ਰੋਕਿਆ, ਉੱਥੋਂ ਦੇ ਲੋਕਾਂ ਨੂੰ ਵੀ ਕਿਹਾ ਤਾਂ ਉਹਨਾਂ ਨੇ ਉਸ ਬੰਦੇ ਨੂੰ ਟੋਕ ਦਿੱਤਾ। ਪਰ ਕਿਤੇ ਨਾ ਕਿਤੇ ਇਹ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹੜੇ ਮਨਸੂਬੇ ਜਿਹੜੇ ਕਿ ਸਫਲ ਨਹੀਂ ਹੋਣਗੇ। ਕਿਸਾਨੀ ਅੰਦੋਲਨ ਚਾਹੇ ਹੋਵੇ, ਚਾਹੇ ਪੰਜਾਬ ਦੇ ਲੋਕ ਹੋਣ। ਸਾਡੇ ਨਾਲ ਬਚਿੱਤਰ ਜੀ ਨਾਲ ਇੱਕ ਸਵਾਲ ਹੋਰ ਕਰਾਂਗੇ। ਬਚਿੱਤਰ ਜੀ, ਜਿਹੜਾ ਕਿਸਾਨੀ ਅੰਦੋਲਨ ਦੇ ਵਿੱਚ ਤੁਸੀਂ ਹੁਣ ਜੁੜੇ ਹੋਏ ਹੋ, ਜਿਹੜਾ ਤੁਸੀਂ ਹੁਣ ਕੇਸ ਫਾਈਲ ਕਰਨ ਜਾ ਰਹੇ ਹੋ, ਤੁਸੀਂ ਸੰਯੁਕਤ ਮੋਰਚੇ ਨਾਲ ਤੁਹਾਡੀ ਗੱਲ ਹੋਈ ਹੈ ਇਸ ਸੰਬੰਧ ਦੇ ਵਿੱਚ ਕੋਈ? ਜੀ, ਮੇਰੀ ਜ਼ਿਲ੍ਹਾ ਪ੍ਰਧਾਨ ਜੀ ਨਾਲ ਗੱਲ ਹੋਈ ਹੈ ਜੀ। ਉਹ ਕਹਿੰਦੇ ਸੀ ਸਾਡੇ ਤੋਂ ਵੀ ਪੱਤਰਕਾਰ ਇਸ ਬਾਰੇ ਸਵਾਲ ਜਵਾਬ ਕਰਨਗੇ, ਅਸੀਂ ਉਹਦਾ ਜਵਾਬ ਦੇਵਾਂਗੇ। ਤਾਂ ਉਹ ਕਹਿੰਦੇ ਵੀ ਜੋ ਤੁਹਾਡਾ ਰਾਈਟ ਬਣਦਾ, ਤੁਹਾਡੀਆਂ ਭਾਵਨਾਵਾਂ ਨੂੰ ਜੇ ਠੇਸ ਪਹੁੰਚਾਈ ਹੈ, ਤੁਹਾਨੂੰ ਗਲਤ ਬੋਲੇ ਹੈ, ਤਾਂ ਤੁਸੀਂ ਆਪਦਾ ਤੁਹਾਡਾ ਰਾਈਟ ਬਣਦਾ, ਤੁਸੀਂ ਕਰ ਸਕਦੇ ਹੋ ਜੀ। ਹਾਂਜੀ ਸਰ, ਬਿਲਕੁਲ। ਸਾਡੇ ਨਾਲ ਬਚਿੱਤਰ ਸਿੰਘ ਧਾਲੀਵਾਲ ਜੀ ਤੇ ਉਹਨਾਂ ਦੇ ਐਡਵੋਕੇਟ ਚੁਨੀ ਲਾਲ ਭਾਰਤੀ ਜੀ ਨੇ, ਕਿਉਂਕਿ ਹਰਜੀਤ ਸਿੰਘ ਗਰੇਵਾਲ ਨੇ ਜਿਸ ਤਰ੍ਹਾਂ ਦੀ ਭਾਸ਼ਾ ਦਾ ਪ੍ਰਯੋਗ ਜਾਂ ਵਰਤੋਂ ਕੀਤੀ ਗਈ ਹੈ ਬਚਿੱਤਰ ਸਿੰਘ ਧਾਲੀਵਾਲ ਦੇ ਵਿਰੁੱਧ, ਉਸ ਨੂੰ ਲੈ ਕੇ ਜਲਦੀ ਹੀ ਕੋਰਟ ਦੇ ਵਿੱਚ ਕੇਸ ਫਾਈਲ ਕਰਨ ਜਾ ਰਿਹਾ ਹੈ, ਜਿਸ ਦੀ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ। ਕੈਮਰਾ ਪਰਸਨ ਕ੍ਰਿਸ਼ਨ ਦੇ ਨਾਲ ਹਰਦੀਪ ਸਿੰਘ, ਮਲੋਟ।